सतगुर की सेवा सफल है, सतगुर की सेवा सफल है, सतगुर की सेवा सफल है। जे को करे चित लाए, जे को करे चित लाए, सतगुर की सेवा सफल है। जे को करे चित लाए, जे को करे चित लाए। आ शब्द असी पिछली शब्द चौंकी च ਚੱਲਦਾ ਰੱਖਿਆ ਸੀ ਔਰ ਜਿੱਦਾਂ ਲਿਖਿਆ ਹੈ ਸ਼ਬਦ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 644 644 ਸ਼ਲੋਕ ਮਹੱਲਾ ਤੀਜਾ। ਗੁਰੂ ਅਮਰਦਾਸ ਸਾਹਿਬ 100 ਸਾਲ ਤੱਕ ਜੀਂਦੇ ਰਹੇ, ਲੇਕਿਨ 63 ਸਾਲ ਦੀ ਉਮਰ 'ਚੋਂ ਗੁਰੂ ਅੰਗਦ ਸਾਹਿਬ ਦੇ ਸ਼ਿਸ਼ ਬਣੇ। ਇੰਨੀ ਬਿਰਧ ਅਵਸਥਾ 'ਚ ਜਾ ਕੇ 63 ਸਾਲ 'ਚ ਫਿਰ ਗੁਰੂ ਅੰਗਦ ਸਾਹਿਬ ਨਜੜੇ ਕਿ ਉਹਨਾਂ ਤੋਂ ਬਹੁਤ ਛੋਟੀ ਉਮਰ 'ਚ ਸੀ ਔਰ ਉਹਨਾਂ ਨਾਲ ਫਿਰ ਇੰਨਾ ਉਹਨਾਂ ਦੇ ਗਿਆਨ ਨੂੰ ਸਮਝਿਆ ਵੀ ਸਿੱਖੀ 'ਚ ਸਾਰੇ ਗੁਰੂਆਂ ਨਾਲੋਂ ਸਭ ਤੋਂ ਜ਼ਿਆਦਾ ਤਾਂ ਨਹੀਂ ਕਹਿ ਸਕਦੇ, ਪਰ ਇਹਨਾਂ ਨੂੰ ਸੇਵਾ ਮਿਲੀ ਵੀ ਸੰਗਤ ਸਭ ਤੋਂ ਜ਼ਿਆਦਾ ਇਹਨਾਂ ਨਾਲ ਵਧਾਈ ਔਰ ਪੀੜ੍ਹੀਆਂ ਅਤੇ ਪੀੜ੍ਹੇ ਛੱਡੇ। ਜਥੇਦਾਰਨੀਆਂ ਬੀਬੀਆਂ ਵੀ ਹੁੰਦੀਆਂ ਸੀ। ਇੰਨੀ ਸੰਗਤ ਵੱਧ ਗਈ ਉਹਨਾਂ ਦੇ ਇਸ ਗਿਆਨ ਨਾਲ ਵਧੀ। ਪਰ ਉਹਨਾਂ ਬਾਬਤ ਅੱਜ ਕੱਲ੍ਹ ਆਮ ਕਥਾਵਾਚਕ ਸਾਰਾ ਇਤਿਹਾਸ ਜੀ ਉਹ ਗੁਰੂ ਭਗਤੀ ਉਹਨਾਂ 'ਚ ਬੜੀ ਸੀ। ਫਿਰ ਉਹਨਾਂ ਨੇ ਕਹਾਣੀ ਬਣਾ ਦਿੱਤੀ ਵੀ 12 ਸਾਲ ਉਹਨਾਂ ਨਾਲ ਨੌਜਵਾਨ ਗੁਰੂ ਅੰਗਦ ਸਾਹਿਬ ਨੂੰ ਦਰਿਆ ਬਿਆਸ 'ਚੋਂ ਪਾਣੀ ਲਿਆ ਕੇ ਉਸ ਉਮਰ 'ਚ ਬੁੱਢੀ 'ਚ 12 ਸਾਲ ਉਹਨਾਂ ਨੂੰ ਨਲਾਉਂਦੇ ਰਹੇ। ਜਦ ਕਿ ਉਹਨਾਂ ਦਾ ਗਿਆਨ ਕਹਿੰਦਾ ਹੈ ਤਨ ਧੋਤੇ ਮਨ ਹੱਛਾ ਨਾ ਹੋਏ ਸੀ, ਮਨ ਮੈਲਾ ਸਭ ਕੁਛ ਮੈਲਾ। ਇਹ ਕਹਾਣੀ ਬਣਾਈ ਹੈ ਜਿਹਦੇ ਸਿਰ ਦੇ ਉੱਤੇ ਹੁਣ ਇਹ ਕਹਾਣੀ ਰੱਦ ਕਰ ਰਿਹਾ ਪੰਥ ਵੀ, ਔਰ ਪੰਥ 'ਚ ਹੁਕਮਨਾਮਾ ਨਿਕਲ ਚੁੱਕਾ ਅਕਾਲ ਤਖ਼ਤ ਸਾਹਿਬ ਤੋਂ ਵੀ ਇਹ ਪਿਆਰ ਸਤਿਕਾਰ 'ਚ ਕਹਾਣੀਆਂ ਬਣਾਈਆਂ, ਅਸਲੀਅਤ ਨਹੀਂ ਹੈ। ਸਤਿਗੁਰੂ ਦਾ ਜੀਵਨ ਜਿੱਦਾਂ ਦਾ ਉਹ ਸ਼ਬਦ ਦੇ ਰਹੇ ਨੇ ਉੱਦਾਂ ਦਾ ਜੀਵਨ ਸੀ ਉਹਨਾਂ ਦਾ। ਉਹਨਾਂ ਨੇ ਕੋਈ ਗਾਗਰ ਨਹੀਂ ਢੋਈ, ਕੋਈ 12 ਸਾਲੇ ਸੇਵਾ ਨਹੀਂ ਕੀਤੀ। ਉਹ ਗੁਰੂ ਅੰਗਦ ਸਾਹਿਬ ਕੋਲੋਂ ਗਿਆਨ ਸਮਝਦੇ ਸੀ ਉਹਨਾਂ ਦੀਆਂ ਪੋਥੀਆਂ 'ਚੋਂ। ਤੋ ਇਸ ਕਰਕੇ ਉਹਨਾਂ ਦੇ ਸਿਰ ਵੀ ਸੇਵਾ ਗੁਰ ਸੇਵਾ ਬੜੀ ਸੀ ਉਹਨਾਂ 'ਚ। ਉਹ ਗੁਰ ਸੇਵਾ ਇੱਥੇ ਦੇਖੋ ਗੁਰੂ ਦੀ ਸੇਵਾ ਨਹੀਂ ਹੈ, ਸੱਤੇ ਗੁਰ ਕੀ ਸੇਵਾ ਸਫਲ ਹੈ। ਸੱਤੇ ਗੁਰ ਜਿਹੜੇ 10 ਗੁਰੂ ਸੀ ਇਹਨਾਂ ਦੇ ਅੰਦਰ ਉਹ ਸਤਿਗੁਰ ਜੋਤ ਆਈ ਸੀ। ਪਹਿਲਾਂ ਗੁਰੂ ਬਾਬੇ ਨਾਨਕ ਦੇ ਅੰਦਰ ਆਈ ਔਰ ਗਾਂ ਫਿਰ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਜਿਸ ਉਹਲੀ ਜੋਤ ਸੀ ਸਤਿਗੁਰੂ ਦੀ ਬਹੁਤ ਵੱਡੀ ਜੋਤ, ਔਰ ਸਤਿਗੁਰੂ ਇਨਸਾਨ ਨਹੀਂ ਹੈ ਕਿਉਂਕਿ ਉਹਦੀ ਡੈਫੀਨੇਸ਼ਨ ਅਸੀਂ ਕੱਢਦੇ ਆ ਰਹੇ ਹਾਂ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਜੇ ਇਨਸਾਨ ਨੂੰ ਸਤਿਗੁਰੂ ਸਮਝੋਗੇ ਬਾਣੀ ਨਹੀਂ ਹੈ ਮੰਨਦੀ। ਇਸ ਕਰਕੇ ਸਾਰਾ ਇਤਿਹਾਸ ਸਤਿਗੁਰ ਦੀ ਬਾਣੀ ਦੇ ਮੁਤਾਬਕ ਸੋਧ ਸਦਾਈ ਕੀਤੀ ਜਾਏ ਤਾਂ ਕਿ ਇਹ ਕਹਾਣੀਆਂ ਤੋਂ ਪਰੇ ਹੋ ਕੇ ਅਸੀਂ ਜਿਹੜੇ ਉਹਨਾਂ ਦੀ ਸ਼ਬਦ ਆ ਅਣਮੁੱਲੇ ਉਹ ਲਈਏ। ਤੋ ਅਸੀਂ ਉਹਨਾਂ ਦਾ ਸ਼ਬਦ 644 ਪੰਨੇ ਦੇ ਉੱਤੇ ਮਹੱਲੇ ਤੀਜੇ ਸੇਵਾ 'ਤੇ ਲਈ ਆ ਰਹੇ ਹਾਂ ਵੀ 2 ਕਿਸਮ ਦੀ ਸੇਵਾ ਹੈ ਗੁਰੂ ਘਰ 'ਚ। ਗੁਰੂ ਕਾ ਲੰਗਰ ਬਣਾਉਣਾ, ਸੰਗਤਾਂ ਦੀ ਸੇਵਾ ਔਰ ਇਹ ਸਾਰਾ ਗੁਰਦੁਆਰਾ ਸਾਹਿਬ ਦੀ ਸੇਵਾ, ਜਿੰਨੀ ਸਾਰੀ ਇਹ ਸੇਵਾ, ਇਹ ਜਿੰਨੀ ਸੇਵਾ ਹੈ ਇਹ ਅਸੀਂ ਆਪਣੀ ਸੁਸਾਇਟੀ ਦੀ ਸੇਵਾ ਕਰਦੇ ਹਾਂ।
ਅਸੀਂ ਆਪਣੇ ਸਰੀਰ ਦੀ ਵੀ ਸੇਵਾ ਕਰਨੀ ਆ ਤਾਂ ਕਿ ਰਿਸ਼ਟ ਪੁਸ਼ਟ ਰਹੇ। ਦੁਖੀਆਂ ਦੀ ਸੇਵਾ ਹਸਪਤਾਲਾਂ 'ਚ ਔਰ ਜਿਹੜਾ ਕੋਈ ਜਿੰਨੀ ਕਿਸਮ ਦੀ ਸੇਵਾ ਹੈ, ਇਹ ਇਨਸਾਨ ਲਈ ਬਹੁਤ ਉੱਚਾ ਗੁਣ ਹੈ। ਸੇਵਾ ਕੌਣ ਕਰੇਗਾ? ਜੇ ਇਨਸਾਨੀਅਤ 'ਤੇ ਦਇਆ ਕਰਾਂਗੇ। ਦਇਆ ਤੋਂ ਸੇਵਾ ਨਿਕਲਦੀ ਹੈ। ਜਿਸ ਇਨਸਾਨ ਜਿਹੜਾ ਦਇਆਵਾਨ ਇਨਸਾਨ ਨਹੀਂ ਆ, ਉਹ ਗਰੀਬਾਂ ਦਾ ਖੂਨ ਚੂਸੇਗਾ। ਸੇਵਾ ਦਇਆ ਦਾ ਜਿਹੜਾ ਸਭ ਤੋਂ ਵੱਡਾ ਗੁਣ ਹੈ। ਔਰ ਸਾਡੇ 5 ਪਿਆਰੇ ਭਾਈ ਦਇਆ ਸਿੰਘ ਜੀ ਪਹਿਲੇ ਪਿਆਰੇ ਹੋਏ, ਉਹਨਾਂ ਦਾ ਨਾਂ ਹੀ ਦਇਆ ਸਿੰਘ ਸੀ। ਆਹ ਲਾਗਲਾ ਸੇਰਾ ਜਿਹੜਾ ਸਾਡਾ ਐਡਾ ਵੱਡਾ ਦੁਨੀਆ 'ਚ ਮਜ਼ਹਬ ਫੈਲ ਗਿਆ, ਕ੍ਰਿਸਚੀਐਨਿਟੀ, ਉਹ ਇਸ ਸੇਵਾ ਨਾਲ ਹੀ ਫੈਲੀ ਹੈ। ਕ੍ਰਿਸਚੀਅਨ ਹੌਸਪੀਟਲ, ਫਲਾਂ ਹੌਸਪੀਟਲ, ਇੰਨੀ ਸੇਵਾ ਹੈ। ਲੇਕਿਨ ਇਸ ਗਿਆਨ ਨਾਲ ਸੇਵਾ ਸਾਫ਼ ਕਰ ਦਿੱਤੀ ਵੀ ਜਿਹੜਾ ਅੰਗਰੇਜ਼ੀ 'ਚ ਵੀ ਮੁਹਾਵਰਾ ਤੁਰਿਆ ਵੀ ਸਰਵਿਸ ਆਫ ਮੈਨ ਇਜ਼ ਸਰਵਿਸ ਆਫ ਗੋਡ। ਸਾਡਾ ਗਿਆਨ ਨਹੀਂ ਹੈ ਮੰਨਦਾ ਇਹ ਸੇਵਾ ਚੰਗੀ ਹੈ, ਬਹੁਤ ਹੈ, ਲੇਕਿਨ ਇਹਦਾ ਫਲ ਮਿਲੇਗਾ। ਲੇਕਿਨ ਸਰਵਿਸ ਆਫ ਮੈਨ ਸਰਵਿਸ ਆਫ ਗੋਡ ਨਹੀਂ ਹੈ। ਅਸੀਂ ਪਿੱਛੇ ਲੈ ਚੁੱਕੇ हैं। नाम हमारा गुर की सेवा, नाम हमारा। ये जी सेवा है सतगुरु एक ऐसी चीज़ है जी एडी वड्डी मोमबत्ती जगे समझ लो, एडी वड्डी जोत कालपुरख दी जिहड़ा जुगां जुगां तो है। साडा सतगुरु जिहड़ा बाणी दा है, ये जुग जुग पीढ़ी चले सतगुर की। काल युग दे विच 10 पीढ़ियां चलदियां है। पहला गुरु नानक साहब च सतगुरु आया, पर वो आप गुरु ज्योति सी, बहुत वड्डी ज्योति, लेकिन उन्होंने दे अंदर सतगुरु जोत आ गई। उन्होंने कहा अगले च रख दी। इदा 10वें पातशाह तक ये सारी जोत जाती है। और फिर ये सतगुरु 10वें पातशाह ने 5 च वंड दिता। गुर सिखां अंदर सतगुर वरते, चोण कढ़े लद्धों वारे। इस करके वो 5 के हवाले करके बड़े बड़े जिहड़े दुनिया के इंटलैक्चुअल लोग ने कहते पंजाब च एक ऐसा गुरु उठिया जिन्हें रिलीजन च डेमोक्रेसी लियाती। रिलीजन च कल्ला ही पोप, कल्ला ही कोई बंदा, कल्ला ही गुरु, कल्ला साहब बंदा, कहते नहीं 5 के हथ च आप गोडियां भार हो के उन्होंने को लिया। ये दुनिया बाहरली समझ रही है हली। असी तो प्यार आ साडा सतगुरु नूं, क्योंकि असी घर दा जोगी जोगड़ा ते बाहर दा जोगी। असी कदी अपने गुरुआं दी वडियाई ਜਿਹੜੇ ਬਾਹਰਲੇ ਲੋਕ ਹੁਣ ਸਮਝ ਰਹੇ ਉਹਦੇ ਮੁਤਾਬਕ ਨਹੀਂ ਅਸੀਂ ਕਰਦੇ ਵੀ ਉਹ 10ਵੇਂ ਪਾਤਸ਼ਾਹ ਪਹਿਲਾ ਯੁੱਗ ਪੁਰਸ਼ ਸੀ ਜਿਹੜਾ ਆਪੇ ਗੁਰ ਚੇਲਾ ਬਣਿਆ। ਉਹ ਸਤਿਗੁਰੂ ਦੀ ਜੋਤ ਔਰ ਨਾਲ ਆਪਣੀ ਜਿਹੜੀ ਕਮਾਈ 10 ਗੁਰੂਆਂ ਦੀ ਪਿੱਛੇ ਉਹ ਛੋਟੀ ਜੋਤ, ਜਿੱਦਾਂ ਮੋਮਬੱਤੀ ਦੇ ਲਾਗੇ ਛੋਟੀ ਵੱਡੀ ਮੋਮਬੱਤੀ ਦੇ ਲਾਗੇ ਛੋਟੀ ਮੋਮਬੱਤੀ ਰੱਖ ਦਿਓ, ਦੋਨਾਂ ਦੀਆਂ ਲਾਟਾਂ ਮਿਲ ਜਾਣਗੀਆਂ, ਪਰ ਛੋਟੀ ਛੋਟੀ ਰਹਿੰਦੀ ਹੈ, ਵੱਡੀ ਵੱਡੀ ਹੈ। ਇਸ ਕਰਕੇ ਜਿਹੜੀ ਸਤਿਗੁਰੂ ਦੀ ਜੋਤ ਹੈ, जुग जुग पीढ़ी चले सतगुर की। जे हुण असी सतगुरु इंसान बनी बैठा, असी प्यार नाल उन्होंने समझा रहे हैं भी बाणी साफ करो, सतगुर मेरा सदा सदा ना आवे ना जाए। तुसी चंगे हो महापुरखो, नाम जपाउंदे हो, सब कुछ का, लेकिन सतगुरु नहीं बाणी च साबित हुंदा इंसान। सतगुरु जिहड़ा है गुरु नानक साहब दे अंदर आया सी। इस करके वो असी बाणी नाल साफ करी आ रहे हैं। सतगुर इंसान नहीं निकलदा, उहदे लक्षण, उहदा जिहड़ा करैक्टर सतगुर सारी बाणी च है। सतगुर जिन्ना भी सतगुर लफ्ज़ आउंदा है, उहदा थोड़ा जिहा भुलेखा खा के इंसान बैठा है, उहदे नाल फायदा नहीं होना। तो सतगुर दी सेवा भी किहड़ी है, वो देह च नहीं है, उहदी स्पिरिचुअल सेवा है। वो ऐसी चीज़ है जिहदा असी स्पिरिचुअल चीज़ नाल ही सेवा कर सकते हैं, वो है शब्द। इस करके गुरमंत्र और सेवा दी की है, वो सतगुर नाम हमारे गुर की सेव। पिछला शब्द चौंकी च लै चुके हैं असी, नाम हमारे पूजा देव। सब गुर पूरे दृढ़ हर नाम, सब ते उत्तम आ सेवा है, सब ते उत्तम हार हार काम। नाम जपना, लेकिन बाकी सेवा दे नाल जे नाम नहीं जपदा तो हमें दी मैल लगेगी।
ਜੇ ਬਾਕੀ ਗੁਰਦੁਆਰਿਆਂ ਸਾਹਿਬ 'ਚ ਸਾਰਿਆਂ ਸੇਵਾ ਕਰਦਾ ਕਰਦਾ ਨਾਲ ਨਾਮ ਜਪੇ, ਸੋਨੇ 'ਤੇ ਸੁਹਾਗਾ ਹੋ ਜੂ। ਉਹ ਸੇਵਾ ਨਾ ਤਿੰਨਾਂ ਸਜ਼ਾਵਾਂ ਤੋਂ ਨਹੀਂ ਛਡਾਉਣਾ। ਜੇ ਉਹ ਸੇਵਾ ਕਰੋਗੇ ਤੁਹਾਨੂੰ ਜਮਾਂ ਦੇ ਨਾਲ ਜਾਣਾ ਪੈਣਾ, ਭਾਵੇਂ ਉਹ ਤੁਹਾਨੂੰ ਇੱਜ਼ਤ ਨਾਲ ਲਿਜਾਣ। ਦੂਸਰਾ, ਧਰਮਰਾਜ ਦੀ ਪੇਸ਼ੀ ਪੈਣੀ ਹੈ, ਕਿਉਂਕਿ ਜਿਹੜਾ ਤੁਸੀਂ ਸੇਵਾ ਕੀਤੀ ਉਹਦਾ ਉਹਨੇ ਫਲ ਦੇਣਾ, ਚੰਗੇ ਦਾ ਚੰਗਾ, ਮਾੜੇ ਦਾ ਮਾੜਾ। ਤੀਸਰਾ ਹੈ ਸਭ ਤੋਂ ਵੱਡਾ, ਮੁਕਤ ਨਹੀਂ ਹੋਵੋਗੇ, ਆਉਂਦੇ ਜਾਂਦੇ ਰਹੋਗੇ। ਉਹ ਸੇਵਾ ਦਾ ਸਾਲ ਵੱਢਣ। ਲੇਕਿਨ ਜੇ ਨਾਮ ਜਪ ਗਏ ਉਹਦੇ ਵਿੱਚ ਮਿਲ ਗਏ। ਇਸ ਕਰਕੇ ਜਿਹੜੀ ਸਤਿਗੁਰ ਦੀ ਸੇਵਾ ਹੈ ਉਹ ਤਾਂ ਸਫਲ ਹੈ। ਹੁਣ ਚਿੱਤ ਲਾ ਕੇ ਸੇਵਾ ਬਾਹਰਲੀ ਅਸੀਂ ਕਰਦੇ ਹਾਂ, ਬੜਾ ਚਿੱਤ ਲਾ ਕੇ ਕਰਦੇ ਹਾਂ, ਸ਼ੌਕ ਨਾ, ਪਰ ਚਿੱਤ ਜਿਹੜਾ ਲਾ ਕੇ ਨਾਮ ਜਪ ਗਿਆ ਉਹ ਤਰ ਗਿਆ। ਇਸ ਕਰਕੇ ਸਤਿਗੁਰ ਦੀ ਸੇਵਾ ਸਫਲ ਤਾਂ ਹੈ ਜੇ ਤੁਸੀਂ ਮਨ ਦੇ ਫੁਰਨੇ ਡੱਕੋ। ਜੇ ਨਾਮ ਜਪਣ ਵੇਲੇ ਕੋਈ ਐਸਾ ਆਰਾਮ ਨਾਲ ਨਾਮ ਜਪੋ ਔਰ ਕੋਸ਼ਿਸ਼ ਕਰੋ ਵੀ ਬਾਹਰ ਜਾਤੋਂ ਠਾਕ ਰਹਾਵੈ। ਗੁਰੂ ਨਾਨਕ ਜਿਹੜਾ ਮਨ ਹੈ ਇਹਨੇ ਬਾਰ ਬਾਰ ਇਹਦੇ ਫੁਰਨਿਆਂ ਰਾਹੀਂ, ਖਿਆਲਾਂ ਰਾਹੀਂ ਔਰ ਸਕੀਮਾਂ ਰਾਹੀਂ, ਇਹ ਸੋਚਾਂ ਰਾਹੀਂ ਇਹਨੇ ਬਾਹਰ ਚਲੇ ਜਾਣਾ। ਚੇਤਨਾ ਪਿੱਛੇ ਦੱਸਿਆ ਸੀ ਵੀ ਮਨ ਬਹੁਤ ਵੱਡੀ ਚੀਜ਼, ਉਹਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ ਉਹ ਚਿੱਤ ਹੈ। ਜਿੱਚੇ ਰੇ ਮਨ, ਇਹੋ ਮਹੱਲਾ ਕਹਿੰਦਾ, ਜਿੱਚੇ ਰੇ ਮਨ ਲਹਿਰੀ ਵਿੱਚ ਹੈ ਤੇ ਚਰਹਾਮੇ ਬਹੁਤ ਹੰਕਾਰ। ਸੇਵਾ ਥਾਏ ਨ ਪਵੇ ਤਿਸ ਕੀ, ਖਪ ਖਪ ਹੋਏ ਖੁਆਰ। ਨਾਨਕ ਸੇਵਕ ਸੁਆਖੀਏ ਜੋ ਸਿਰ ਧਰੇ ਉਤਾਰ। ਆਪਣਾ ਚਤਰਾਈ ਛੱਡ ਕੇ ਅਤੇ ਉਹ ਜਿਹੜੀ ਸੇਵਾ ਨਾਮ ਜਪਣ ਵਾਲੀ ਹੈ ਉਹਨੂੰ ਚਿੱਤ ਲਾ ਕੇ ਨਾਮ ਜਪੇ। ਆਓ ਸ਼ਬਦ ਸ਼ੁਰੂ ਕਰੀਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਵਾਹਿਗੁਰੂ 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 ਵਾਹਿਗੁਰੂ। नाम हमारा गुर की सेव, नाम हमारा गुर की सेव, नाम हमारा गुर की सेव, नाम हमारा गुर की। सतगुर की सफल है। सतगुर कह रहे हो, देखो तुहाडे सामने मोटे अखरां च सतगुर दे स्पैलिंग देखो। ਪਹਿਲਾਂ ਸੱਤੇ ਹੈ, ਤੱਤੇ ਨੂੰ ਸਿਆਰੀ ਹੈ, ਫਿਰ ਹੈ ਗੁਰ। ਜਿਹੜਾ ਕਿਹੜਾ ਗੁਰ? ਜਿਹੜਾ ਸੱਤੇ ਹੈ। ਸੱਤੇ ਦੇ ਅਸੀਂ ਸਿੱਧੇ ਜੇ ਮੈਨੇ ਸਭ ਲੋਕਾਂ ਤੱਕ ਪਹੁੰਚਾ ਰਹੇ ਹਾਂ ਲੇਮੈਨ ਲੈਂਗੁਏਜ ਵੀ ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ, ਜਿਹਦੀ ਸਦਾ ਹੀ ਹੋਂਦ ਹੈ। ਉਹ ਆ ਹੋਣੀ ਕਦੇ ਨਹੀਂ। ਸਾਹਿਬ ਮੇਰਾ ਸਦਾ ਹੈ। ਸੱਤੇ ਦਾ ਮਤਲਬ ਹੈ ਜਿਹੜਾ ਸਦਾ ਯੁੱਗ ਸਦਾ ਹੀ ਹੈ। ਇਸ ਕਰਕੇ ਤਾਂ ਨਾਲ ਸੱਤੇ ਪ੍ਰੀਫੇਸ ਹੈ, ਫੋਰਵਰਡ ਹੈ। ਕਿਹੜਾ ਗੁਰ? ਜਿਹੜਾ ਸੱਤੇ ਹੈ। ਕਿਹੜਾ ਨਾਮ? ਜਿਹੜਾ ਸੱਤੇ ਹੈ। ਨਾਮ ਦੇ ਮੰਮੇ ਨੂੰ ਔਂਕੜ ਹੈ, ਸੱਤੇ ਨਾਮ ਕਰਤਾ ਪੁਰਖ। ਇਸ ਕਰਕੇ ਸੱਤੇ ਗੁਰ ਹੈ ਸਾਡੇ ਕੋਲ, ਅਤੇ ਉਹਦੀ ਜਿਹੜੀ ਸੇਵਾ ਹੈ ਉਹ ਨਾਮ ਜਪ ਕੇ ਹੀ ਹੋ ਸਕਦੀ ਹੈ। ਸੱਤੇ ਗੁਰ ਕੀ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਗੁਰੂ ਨਾਨਕ ਦਾ ਸ਼ਬਦ ਲਿਆ ਸੀ ਮਹੱਲੇ ਪਹਿਲੇ ਦਾ। ਸਾਰੀ ਲੋ ਸਾਰੇ ਮਹੱਲੇ ਬਾਬੇ ਨਾਨਕ ਦੇ ਸ਼ਬਦ ਤੋਂ ਲੋ ਲੈ ਰਹੇ ਨੇ। ਗੁਰੂ ਬਾਬਾ ਕਹਿੰਦਾ, ਭਾਈ ਰੇ ਰਾਮ ਕਹੋ ਚਿਤ ਲਾਏ, ਭਾਈ ਰੇ ਰਾਮ ਕਹੋ ਚਿਤ ਲਾਏ। ਇਹਦਾ ਕੀ ਫਾਇਦਾ ਹੋਏਗਾ ਜੇ ਤੂੰ ਚਿੱਤ ਲਾ ਕੇ ਜਪ ਗਿਆ? ਉਹ ਸਵਾਸ ਦਰਗਾਹ ਦੇ ਜਿੱਥੇ ਤੂੰ ਬਾਹਰ ਜਾਏਗਾ ਤੇਰਾ ਰੱਬ ਉਹਨਾਂ ਨੂੰ ਦੇਖ ਕੇ ਖੁਸ਼ ਹੋਏਗਾ ਵੀ ਸ਼ਾਬਾਸ਼ ਤੂੰ ਚਿੱਤ ਲਾ ਕੇ ਨਾਮ ਜਪਿਆ। ਬਾਬਾ ਨਾਨਕ ਲਿਖ ਰਿਹਾ। ਭਾਈ ਕੋਈ ਸੰਤ ਸਾਧ ਨਹੀਂ ਸੀ ਹੁੰਦੇ ਉਸ ਵੇਲੇ, ਸਭ ਗੁਰੂ ਪਦਵੀਆਂ ਸੇਵਾਦਾਰ ਔਰ ਸਿੱਖ ਬਣ ਕੇ ਬਾਣੀ ਆਈ ਹੈ। ਭਾਈ ਰੇ ਕਹਿੰਦੇ ਸੀ, ਭਾਈ ਰੇ ਰਾਮ ਕਹੋ ਚਿਤ ਲਾਏ। ਇੱਥੇ ਵਾਹਿਗੁਰੂ ਕਿਉਂ ਨਹੀਂ ਲਿਖਿਆ?
ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਕਿਉਂਕਿ ਸਾਨੂੰ ਪੰਜਾਂ ਪਿਆਰਿਆਂ 'ਚ ਪੌੜ 'ਚ ਬੁਲਾ ਬੁਲਾ ਕੇ ਸਾਨੂੰ ਗੁਰਮੰਤਰ ਦਿੰਦੇ ਆ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਉਹਨੂੰ ਵਾਹਿਗੁਰੂ ਅਦਬ ਦੇ ਨਾਲ ਉਹਦੇ ਵਿੱਚ ਰੱਖ ਦਿੱਤਾ, ਵਾਹਿਗੁਰੂ ਮੰਤਰ ਮਿਲ ਜਾਂਦਾ। ਇਸ ਕਰਕੇ ਜਿਹੜਾ ਸਤਿਗੁਰ ਦੀ ਸੇਵਾ ਹੈ, ਮੰਤਰ ਉਸ ਵੇਲੇ ਮਿਲ ਜਾਂਦਾ ਹੈ ਸਿੱਖ ਨੂੰ। ਲੇਕਿਨ ਜਿਹੜਾ ਚਿੱਤ ਲਾ ਕੇ ਸਫਲ ਕਰਨਾ ਹੈ, ਉਹ ਹੈ ਸਤਿਗੁਰ ਦੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਇਹ ਹਰ ਜਸ ਬਣ ਜਾਂਦਾ। ਹਰ ਜਸ ਵਖਰ ਲੈ ਚਲੋ, ਹਰ ਜਸ ਵਖਰ ਲੈ ਚਲੋ। ਮਰਨ ਤੋਂ ਬਾਅਦ ਤੇਰੇ ਨਾਲ ਜਾਏਗਾ, ਔਰ ਫਿਰ ਹੋਰ ਰੱਬ ਖੁਸ਼ ਹੋਊਗਾ ਦੇਖ ਕੇ। ਸ਼ਾਹੋਂ ਦੇਖੇ ਪਾਤੀਆ, ਸ਼ਾਹੋਂ ਦੇਖੇ ਪਾਤੀਆ। ਜੇ ਦੂਜੀ ਸੇਵਾ ਕਰਦਾ ਰਿਹਾ, ਨਾਮ ਨਾ ਜਪਿਆ, ਤੂੰ ਧਰਮ ਰੱਬ ਦੇ ਪੇਸ਼ ਹੋਏਗਾ, ਉਹਨੇ ਤੈਨੂੰ ਚੰਗਾ ਫਲ ਦਊਗਾ। ਪਰ ਆਹ ਫਲ ਨਹੀਂ ਮਿਲਣਾ ਰੱਬ ਦੇ ਦੇਖਣ ਦੀ, ਕਿਉਂਕਿ ਜਿਹੜੇ ਨਾਮ ਜਪਣ ਵਾਲੇ ਆ, ਇਸ਼ਕ ਮੁਹੱਬਤ ਨਾਨਕਾ, ਇਹ ਇਸ਼ਕ ਮੁਹੱਬਤ ਨਾਨਕਾ। ਲੇਖਾ ਕਰਤੇ ਪਾਸ, ਲੇਖਾ ਕਰਤੇ ਪਾਸ। ਆ ਕਰਤੇ ਕੋਲ ਗਿਆ ਨਾਮ ਜਪਣ ਵਾਲਾ, ਉਹ ਕਹਿੰਦਾ ਭਾਈ ਰੇ ਵੇ ਰਾਮ ਕਹੋ ਚਿਤ ਲਾਏ। ਵਾਹਿਗੁਰੂ ਵਾਹਿਗੁਰੂ ਨੇ ਲਿਖਿਆ, ਕਿਤੇ ਗੋਬਿੰਦ ਲਿਖਤਾ, ਕਿਤੇ ਨਰਾਇਣ ਲਿਖਤਾ, ਕਿਤੇ ਹਰੀ ਲਿਖ ਦਿੱਤਾ, ਕਿਤੇ ਵਾਹਿਗੁਰੂ ਗੁਰੂ ਗੁਰੂ ਸਭ ਕੁਛ ਲਿਖਿਆ। ਪਰ ਇਸ ਗਿਆਨ ਨਾਲ ਦੁਨੀਆ ਭਰ ਦੇ ਰੱਬ ਦੇ ਨਾਵਾਂ ਨੂੰ ਜੱਫੀ ਪਾਈ ਹੈ। ਕੋਈ ਜਪ ਲੈ, ਕਿਸੇ ਮੰਤਰ 'ਚ ਵੱਧ ਘੱਟ ਤਾਕਤ ਨਹੀਂ ਹੈ। ਪਰਮੇਸ਼ਰ ਦੇ ਨਾਮ 'ਚ ਇੱਕੋ ਹੀ ਤਾਕਤ ਹੈ, ਲੇਕਿਨ ਇਹ ਪੋਇਟਰੀ ਹੈ, ਗੀਤ ਬਣਾਏ ਹੈ। ਇੱਥੇ ਵਾਹਿਗੁਰੂ 4 ਅੱਖਰ ਫਿੱਟ ਨਹੀਂ ਹੋ ਸਕਦੇ। ਉਹਦੇ ਲਈ ਫਿਰ ਹਰ ਸਭ ਤੋਂ ਛੋਟਾ ਲਫ਼ਜ਼ ਹੈ, ਜਿਹੜਾ ਸਭ ਤੋਂ ਜ਼ਿਆਦਾ ਆਇਆ। ਹਰ ਹਰ ਹਰ, ਰਾਮ ਰਾਮ, ਨਰਾਇਣ, ਗੋਬਿੰਦ ਗੋਬਿੰਦ। ਸਾਰੇ ਮੰਤਰ ਠੀਕ ਹੈ, ਲੇਕਿਨ ਆਪਣੇ ਆਪਣੇ ਗੁਰੂ ਦਾ ਮੰਤਰ ਜਪਣਾ ਚਾਹੀਦਾ। ਜਿਹਦੇ ਸਿੱਖ ਹੋ ਤੁਸੀਂ। ਸਾਨੂੰ ਖੰਡੇ ਬਾਟੇ ਦੀ ਪੌਲ ਹੈ, ਉਹਦੇ ਵਿੱਚ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦਾ ਮੰਤਰ ਉਹੀ ਹੈ ਜੋ ਫਤਿਹ 'ਚ ਸਾਨੂੰ ਦਸਮ ਪਾਤਸ਼ਾਹ ਨੇ ਦੇ ਦਿੱਤਾ। ਇਸ ਕਰਕੇ ਵਾਹਿਗੁਰੂ ਮੰਤਰ ਫਿੱਟ ਨਹੀਂ ਹੋ ਸਕਦਾ। ਉਹਦੇ ਲਈ ਗੁਰੂ ਗੁਰੂ ਜਪੇ ਮੀਤ ਹਮਾਰੇ, ਗੁਰੂ ਗੁਰ ਗੁਰੂ ਗੁਰ ਗੁਰੂ ਬਹੁਤ ਵਾਰੀ ਆਇਆ ਉਹ ਸ਼ਬਦ। ਲੇਕਿਨ ਉਹ ਜਿਹੜਾ ਸ਼ਬਦ ਹੈ, ਅਗਰ ਉਹ ਤੁਸੀਂ ਜਪ ਗਏ ਚਿੱਤ ਲਾ ਕੇ, ਤੁਹਾਡਾ ਦਰਗਾਹ 'ਚੋਂ ਜਸ ਬਣ ਜਾਣਾ। ਹਰ ਜਸ ਵੱਖਰ ਲੈ ਚਲੋ। ਹਰ ਜਸ ਗਾਉਣਾ ਵਜਾਉਣਾ ਨਹੀਂ ਹੈ। ਅਸੀਂ ਆਮ ਹਰ ਜਸ ਨੂੰ ਕਹਿ ਦਿੰਦੇ। ਉਹ ਜਿਸ ਵੇਲੇ ਬੰਦਾ ਚਿੱਤ ਲਾ ਕੇ ਜਾਂਦਾ, ਉਹਦੀ ਜਿੰਨੇ ਸਵਾਸ ਆਉਂਦੇ, ਅਕਾਲ ਪੁਰਖ ਖੁਸ਼ ਹੁੰਦਾ। ਵਾਹ ਤੂੰ ਬੜੀ ਸ਼ਾਬਾਸ਼, ਚੰਗੀ ਖੱਟੀ ਕਰਕੇ ਲੈ ਆਇਆ ਮੇਰੇ ਕੋਲ। ਭਾਈ ਰੇ ਤੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ। ਵਖਰ ਕਹਿੰਦੇ ਜਿਹੜਾ ਤੁਸੀਂ ਆ ਸਟੋਰਾਂ 'ਚ ਲਿਆਉਂਦੇ ਹੋ, ਬਿਜ਼ਨਸ ਕਰਨ ਵਾਲੇ, ਜੋਬ, ਜਿਹੜਾ ਵੀ ਤੁਸੀਂ ਖੱਟੀ ਖੱਟ ਕੇ ਲਿਜਾਣੀ ਐ ਇਸ ਦੁਨੀਆ 'ਚੋਂ, ਉਹਨੂੰ ਦੇਖ ਕੇ ਉਹ ਖੁਸ਼ ਹੋਏਗਾ। ਹਰ ਜਸ ਵਖਰ ਲੈ ਚਲੋ, ਹਰ ਜਸ ਵਖਰ ਲੈ ਚਲੋ। ਦੇਖੋ ਕਿੱਡਾ ਵੱਡਾ ਫਲ ਹੈ। ਸੌਹੋਂ ਦੇਖੇ ਪਾਤੀਆ। ਸਤਿਗੁਰ ਦੀ ਬਾਣੀ ਸੱਤ ਹੈ। ਸੂਰਜ ਢਲ ਜਾਏ, ਜ਼ਮੀਨਾਂ ਜ਼ਮਾਨੇ ਬਦਲ ਜਾਣ, ਯੁੱਗ ਬਦਲ ਜਾਣ, ਆ ਜਿਹੜੀ ਸਤਿਗੁਰ ਦੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ। ਗੁਰੂ ਰਾਮਦਾਸ ਸਾਹਿਬ ਸਿੱਖਾਂ 'ਚ ਬੈਠ ਕੇ ਜੋ ਸ਼ਬਦ ਆਉਂਦਾ ਸੀ, ਸਾਂਝ ਕਰਦੇ ਸੀ। ਵਿਟਨੈਸ ਹੈ ਇਸ ਸ਼ਬਦ 'ਚ
ਕਿ ਇਹ ਭਾਈ ਸਿੱਖੋ ਮੰਜੀ ਸਾਹਿਬ ਬੈਠੇ ਹੋਣੇ ਆ, ਆਲੇ ਦੁਆਲੇ ਸਿੰਘ ਸਾਰਾ ਸਿੱਖ ਉਸ ਵੇਲੇ ਹੁੰਦੇ ਸੀ, ਸਾਰੇ ਬੈਠੇ, ਕਹਿੰਦੇ ਭਾਈ ਮੇਰੀ ਬਾਣੀ ਨਹੀਂ ਹੈ, ਸਤਿਗੁਰ ਦੀ ਬਾਣੀ ਉਹ ਜਿਹਦੀ ਦੇਹ ਨਹੀਂ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਸੰਸਕ੍ਰਿਤ 'ਚ ਨਹੀਂ ਲਿਖਿਆ ਸਾਰਾ ਕਲਾਮ, ਸਿੱਧਾ ਪੰਜਾਬੀ ਸਾਡੇ ਪਿੰਡਾਂ ਨਾਲ। ਕਹਿੰਦੇ ਮੇਰੇ ਮੂੰਹ 'ਚ ਤੇ ਉਹਨੇ ਕਢਾ ਰਿਹਾ ਹੈ। ਫਿਰ ਵੀ ਸਿੱਖ ਠੀਕ ਹੈ, ਪਿਆਰ ਸਤਿਕਾਰ ਨਾਲ ਪਾਠ ਕਰੀ ਜਾਂ ਸਾਹਿਬ ਕਰ, ਲੇਕਿਨ ਇਹਦਾ ਜੇ ਕਿਤੇ ਸਮਝ ਲਓ ਬਾਣੀ, ਨਾਮ ਨੂੰ ਜੁਟ ਗਓਗੇ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਪਿੰਡਾ। हे सतगुर की सेवा सफल है, जे को करे चित लाए। मने चिंदिया फल पावना, मने चिंदिया फल पावना। हमें भी ਹਉਮੈ ਕੀ ਹੈ? ਸਭ ਤੋਂ ਵੱਡਾ ਰੋਗ ਹੈ ਇਨਸਾਨੀਅਤ ਨੂੰ। ਜੇ ਇਨਸਾਨ ਮਰਦਾ ਹੈ ਤੇ ਹਉਮੈ ਨਾਲ ਮਰਦਾ ਹੈ। ਹਉਮੈ ਰੋਗ ਮਾਨਕ ਕੋ ਦੀਨਾ, ਕਾਮ ਰੋਗ ਹਾਥੀ ਨੂੰ ਮਿਲਿਆ, ਆ ਪਤੰਗੇ ਨੂੰ ਦਿਸਣ ਦਾ ਰੋਗ ਮਿਲਿਆ, ਮੱਛੀ ਨੂੰ ਜੀਭ ਦਾ ਰੋਗ ਮਿਲਿਆ, ਜਿਹਦੇ ਨਾਲ ਜਾਨਵਰ ਮਰਦੇ ਹੈ। ਇਨਸਾਨ 'ਚ ਜਿਹਦੀ ਹਉਮੈ ਨਹੀਂ ਮੁੱਕੀ, ਉਹ ਹਉਮੈ ਤੋਂ ਮਰਦਾ ਹੈ। ਹਉਮੈ ਨੂੰ ਜ਼ਾਇਆ ਕਰਨਾ ਹੀ ਸਭ ਤੋਂ ਐਸ ਗਿਆਨ ਦਾ ਕੰਮ ਆ। ਹਉਮੈ ਕੀ ਹੈ? ਗੁਰੂ ਅਰਜਨ ਦੇਵ ਜੀ ਦੀ ਤੁਕ ਸਾਂਭਣ ਵਾਲੀ ਹੈ। ਹਉਮੈ ਵਿਛੋੜਾ ਰੋਗ ਹੈ। ਰੱਬ ਨਾਲੋਂ ਅਸੀਂ ਹਉਮੈ ਕਰਕੇ ਹੀ ਵਿਛੜਦੇ ਨਹੀਂ, ਤੇ ਉਹਦੀ ਅਸੀਂ ਉਹ ਪਰਮਾਤਮਾ, ਅਸੀਂ ਉਹਦੀ ਆਤਮਾ, ਉਹਦੇ 'ਚੋਂ ਨਿਕਲੇ। ਵਿਛੜਦਾ ਉਦੋਂ ਹੀ ਹੈ ਜਦੋਂ ਇਹ ਹਉਮੈ ਵਿਛੋੜਾ ਰੋਗ ਹੈ। ਦੁਰਜਨ ਦੂਜਾ ਭਾਵ ਹੈ, ਹਉਮੈ ਨਾਲ ਬੰਦਾ ਵਿਛੜਦਾ ਰੱਬ ਕੋਲੋਂ। ਸਾਰੇ ਰਿਲੀਜੀਅਸ ਗ੍ਰੰਥ ਕਹਿੰਦੇ ਹੈ ਹਉਮੈ ਨਾਲ ਵਿਛੜਦਾ, ਈਗੋ ਨਾਲ। ਔਰ ਫਿਰ ਜਿਹੜਾ ਹਉਮੈ ਵਿੱਚੋਂ ਕਿੱਦਾਂ ਜਾਏ? ਜਦੋਂ ਐ ਸਤਿਗੁਰ ਨੂੰ ਉਹ ਪਾਵਰ ਸਮਝ ਕੇ ਅੰਦਰ ਉਹਦਾ ਨਾਮ ਜਪ ਕੇ ਪਰਮੇਸ਼ਰ ਦਾ ਚਿੱਤ ਲਾ ਕੇ ਫਿਰ ਇਹ ਰੋਗ ਜਾਂਦਾ ਹੈ। ਸਤਿਗੁਰ ਕੀ ਸੇਵਾ ਦੋ ਸੇਵਾ, ਬਾਹਰਲੀਆਂ ਸੇਵਾ ਨਾਲ ਕੰਮ ਨਹੀਂ ਕਰਨਾ, ਉਹ ਆਦਰਯੋਗ ਹੈ, ਕਿਉਂਕਿ ਸਾਰੀ ਦੁਨੀਆ ਨਹੀਂ ਲੱਗ ਸਕਦੀ। ਕੋ ਵਿਰਲਾ ਗੁਰਮਤਿ ਚੱਲੇ ਜੀ, ਉਹ ਬਾਣੀ ਦੀ ਲਾਈਨ ਹੈ। ਇਸ ਕਰਕੇ ਲੇਕਿਨ ਜਿਹਨਾਂ ਦੇ ਭਾਗ ਖੁੱਲ੍ਹ ਜਾਂਦਾ, ਪਾਣੀ ਸਮਝ ਕੇ ਠੋਕਰ ਵੱਜਦੀ ਹੈ, ਤਾਂ ਉਹਨਾਂ ਨੂੰ ਆਹ ਫਲ ਮਿਲਦੇ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਵਾਹ ਜੇ ਕੋ ਕਰੇ ਨਾਲ ਕੰਡੀਸ਼ਨ ਲਾਤੀ, ਜੇ ਕੋ ਕਰੇ। ਨਹੀਂ ਤਾਂ ਜਿਹੜੀ ਦੂਸਰੀ ਸੇਵਾ ਕੀਤੀ ਆ, ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਂ ਨਾ ਥਿਓ। ਗੁਰੂ ਅੰਗਦ ਸਾਹਿਬ ਦੂਸਰਾ ਸ਼ਗਿਰਦ, ਪਹਿਲਾ ਸ਼ਗਿਰਦ ਗੁਰੂ ਨਾਨਕ ਦਾ, ਉਹਨੂੰ ਫਿਰ ਗੱਦੀ ਲਈ। ਉਹ ਕਹਿੰਦਾ ਇਹ ਕੀ ਚੀਜ਼ ਹੈ? ਪਾਣੀ 'ਚ ਲੀਕ ਕੱਢਦੇ ਜਾਓ, ਪਿੱਛੇ ਪਿੱਛੇ ਮਿਟਦੀ ਜਾਓ। ਪਾਣੀ 'ਚ ਲੀਕ ਕੱਢੋ, ਪਿੱਛੇ ਮਿਟਦੀ ਆ ਰਹੀ ਹੈ, ਉਹ ਸੇਵਾ ਸਫਲ ਨਹੀਂ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਉਹ ਬੜੀ ਸੌਖੀ ਸੇਵਾ ਹੈ। ਵਾਹਿਗੁਰੂ 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 ਵਾਹਿਗੁਰੂ। ਇਹ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਲਾਏ। ਜੋ ਮਰਜੀ ਫੜ ਲੈ ਲਾ, ਮਾਂ ਪਰ ਉਸ ਵੇਲੇ ਹਾਲਤ ਇਹ ਹੋ ਜਾਂਦੀ ਹੈ, ਉਹ ਹੋਰ ਮੰਗਣ ਜੋਗਾ ਰਹਿ ਹੀ ਨਹੀਂ ਜਾਂਦਾ। ਮਨ 'ਚ ਕੋਈ ਹੋਰ ਮੰਗਦਾ ਹੀ ਨਹੀਂ, ਕਹਿੰਦਾ ਬਸ ਮੈਨੂੰ ਆ ਨਾ, ਮੈਂ ਇੱਥੇ ਠੀਕ ਹੈ।
ਆਹ ਅਗਲਾ ਮਨ ਚਿੰਦਿਆ ਫਲ ਪਾਵਨਾ ਹੇ ਮਨ ਚਿੰਦਿਆ ਫਲ ਪਾਵਨਾ ਹੇ ਮਨ ਚਿੰਦਿਆ ਹੇ ਹਾਂ ਮੈਂ ਵਿੱਚੋਂ ਜਾਏ ਲੋ ਹੋਰ ਫੜ ਲਓ ਸਭ ਤੋਂ ਵੱਡਾ ਬੰਧਨ ਤੋੜੇ ਮੁਕਤੇ ਹੋਏ ਮੁਕਤੀ ਮੁਕਤ ਪਦਾਰਥ ਮੁਕਤੀ ਮਿਲ ਜਾਂਦੀ ਮੁਕਤੀ ਕੀ ਹੈ ਅੰਗਰੇਜ਼ੀ 'ਚ ਇਹਨੂੰ ਸਾਲਵੇਸ਼ਨ ਕਿਹਾ ਹੈ ਉਰਦੂ 'ਚ ਇਹਨੂੰ ਨਜਾਤ ਹਾਸਲ ਕਰਨਾ ਕਹਿੰਦੇ ਹੈ ਇਹ ਹੈ ਮਰਨ ਜੀਵਨ ਤੋਂ ਛੁੱਟ ਜਾਣਾ ਔਰ ਮਾਂ ਦੇ ਗਰਭ ਦੇ ਪੇਟ 'ਚ ਮੁੜ ਕੇ ਉਹ ਦੁਨੀਆ 'ਚ ਤੇ ਆਉਂਦੇ ਉਹਦੇ ਹੁਕਮ 'ਚ ਪਰ ਉਹ ਬਖਸ਼ੀਆਂ ਰੂਹਾਂ ਹੁੰਦੀਆਂ ਉਹ ਜਿਹੜਾ ਮੁਕਤ ਪਦਾਰਥ ਹੈ ਚਾਰ ਪਦਾਰਥ ਹੈ ਪਹਿਲਾ ਗਿਆਨ ਪਦਾਰਥ ਪਹਿਲਾ ਧਰਮ ਪਦਾਰਥ ਹੈ ਮਾਨਸ ਜਨਮ ਵੀ ਇੱਕ ਪਦਾਰਥ ਹੈ ਮੈਂ ਕਿਹਾ ਕਰਦਾ ਸ਼ੁਕਰ ਕਰੋ ਸਾਨੂੰ ਡਿਸਕਵਰੀ ਚੈਨਲ ਦੀਆਂ ਉਹ ਜੂਨਾਂ ਨਹੀਂ ਮਿਲ ਗਈਆਂ ਸਮੁੰਦਰ ਦੀਆਂ ਮਾਨਸ ਜਨਮ ਮਿਲਿਆ ਹੈ ਜਿਹੜਾ ਸਭ ਤੋਂ ਉੱਚਾ ਹੈ ਇਹ ਵੀ ਇੱਕ ਪਦਾਰਥ ਹੈ ਜਿੰਨਾ ਇਹ ਗਵਾ ਲਿਆ ਉਹ ਮੁੜ ਕੇ ਬਹੁਤ ਪਛਤਾਏਗਾ ਇਸ ਕਰਕੇ ਮਾਨਸ ਜਨਮ ਪਹਿਲਾ ਪਦਾਰਥ ਹੈ ਦੂਸਰਾ ਜੇ ਮਾਨਸ ਗਿਆਨ ਨਾ ਲਿਆ ਤਾਂ ਉਹ ਪਸ਼ੂਆਂ ਨਾਲੋਂ ਵੀ ਭੈੜੇ ਕੰਮ ਕਰੇਗਾ ਉਹਦੇ ਨਾਲੋਂ ਪਸ਼ੂ ਚੰਗੇ ਹੈ ਵੀ ਬੰਦੇ ਨੂੰ ਹੈ ਵੀ ਜਿੰਨਾ ਗਿਆਨੀ ਦਾ ਗਿਆਨ ਹੈ ਚੰਗੇ ਬੰਨੇ ਲਾਉਂਦਾ ਉਹ ਲੈ ਗਿਆਨ ਖੰਡ ਹੀ ਦੂਸਰਾ ਖੰਡ ਹੈ ਪਹਿਲਾ ਖੰਡ ਹੈ ਧਰਮ ਖੰਡ ਉੱਤੋਂ ਉੱਤੇ ਚੜ੍ਹ ਕੇ ਅਸੀਂ ਗਿਆਨ ਖੰਡ 'ਚ ਪਹੁੰਚਣਾ ਹੈ ਗਿਆਨ ਸਤਿਗੁਰ ਦੀ ਬਾਣੀ ਦਾ ਹੀ ਇਹੋ ਹੀ ਪੂਰਨ ਬ੍ਰਹਮ ਗਿਆਨ ਹੈ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗੇ ਗਾਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਆਸੇ ਨਾ ਕਿਸੇ ਪੈਗੰਬਰ ਕਿਸੇ ਰਿਲੀਜੀਅਸ ਬੁੱਕ ਦੇ ਆਥਰ ਨਾ ਛਾਤੀ 'ਤੇ ਹੱਥ ਮਾਰ ਕੇ ਨਹੀਂ ਕਿਹਾ ਵੀ ਮੇਰਾ ਇਹ ਪੂਰਨ ਗ੍ਰਾਮ ਹੈ ਧੰਨ ਗੁਰੂ ਅਰਜਨ ਦੇਵ ਜੀ ਜਿਹੜੇ ਕਹਿੰਦੇ ਪੂਰਨ ਬ੍ਰਹਮ ਗਿਆਨ ਹੈ ਖਿਨ ਪਲ ਵਿਸਰ ਨਹੀਂ ਮੇਰੇ ਕਰਤੇ ਨਾਨਕ ਮੰਗੇ ਦਾਨ ਤੋ ਪੂਰਨ ਬ੍ਰਹਮ ਗਿਆਨ ਜਿਹੜਾ ਹੈ ਉਹ ਬੰਦੇ ਨੂੰ ਉਹ ਗਿਆਨ ਹੈ ਇਹ ਆਮ ਦੁਨੀਆ ਦੀ ਚਤਰਾਈ ਨਹੀਂ ਹੈ ਵੀ ਬਾਣੀ ਸਮਝ ਆ ਗਈ ਜਾਂ ਸਾਰੀ ਨਹੀਂ ਇਹ ਅਨੁਭਵੀ ਗਿਆਨ ਹੈ ਉੱਤੋਂ ਗਿਆਨ ਜਦੋਂ ਹੀ ਆਉਂਦਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨ ਮਾਇਆ ਬਾਂਧੀ ਰਹਾਓ दो चिते की दो थून गरानी मोह बलेंडा टूटा तृष्णा शान परी तारू पर दुर्मत पांडा फूटा आंधी पाछे जो जल बरखे तैं तेरा जन पीना कहो कबीर मने पया प्रगासा उदे पान जब चीना तो ये जिहड़ा ज्ञान है नेरी वांगू आउंदा गुरुआं नूं शब्द इन्ने देखो तुसीं नेरी वांगू उस वेले आउंदे जदों आ सेवा करदा है सतगुर की सेवा बंधन तोड़े मुक्ति होए मुक्त पदार्थ आ गया पहला धर्म पहला है मानस जन्म पदार्थ दूसरा ज्ञान पदार्थ तीसरा मुक्त पदार्थ है इत्थों भी ਤਾਂ ਜਾਣਾ ਸਾਡੀ ਬਾਣੀ 'ਚ ਲਿਖਿਆ ਮੁਕਤੀ ਬਪਰਾ ਵੀ ਗਿਆਨੀ ਤੇ ਅੱਗੇ ਜਿਹਨੂੰ ਅਸਲ ਗਿਆਨ ਬਾਣੀ ਦਾ ਇਹ ਮੁਕਤੀ ਵੀ ਥਾਂ ਦਾ ਦਰਜਾ ਹੈ ਅਸੀਂ ਨਾਮ ਪਦਾਰਥ ਲੈਣਾ ਹੈ साच पदार्थ भी किया ये चौथा सब तो उत्ता पदार्थ है पहला माँ जन्म पदार्थ दूसरा ज्ञान पदार्थ तीसरा मुक्त पदार्थ और चौथा है नाम पदार्थ इत्थे तीसरे पदार्थ नूं हथ मारन लगे गुरु अमरदास साहब बंधन तोड़े मुक्ते होए बंधन बंधन वाह
सच्चे रह समाए। ऐस ज्ञान की विलखता है, मरण तो बाद नहीं चीज़ां लैणियां, जींदे जी लैणियां। जीवन मुक्त सुआखीए मर जीवे, साडी जिहड़ी मुक्ति है उसी जींदे जी लेना, बाहरली मुक्ति नहीं है ज्ञान मंनदा भी बाहर चीज़ मुक्त हो। कहते नहीं, सच्चे रहे समाए, ਉਹਦੇ ਵਿੱਚ जींदे जी ही समा जाना है। बंधन तो मुक्त होए सच्चे रह समाए। हो गया सच इस जग में ना अलग है, होया नहीं लभना किसी भी होर थां। इस जग में ना अलग है, एक तरीके ਨਾਲ मिल सकता है। ਉਹ ਅੱਗੇ ਗੁਰਮੁਖ ਨਹੀਂ ਕਹਿਣਾ, ਉਹਨੂੰ ਖੱਖੇ ਨੂੰ ਸਿਆਰੀ ਹੈ। ਦੇਖੋ ਗੁਰਮੁਖ ਨੌਨ ਹੋ ਜਾਏਗਾ, ਗੁਰਮੁਖੇ ਲਿਖਿਆ। ਗੁਰਮੁਖੇ ਹੈ ਚੈਨਲ, ਰਾਸਤਾ, ਪੈਸੇ, ਤਰੀਕਾ। ਕਿਹੜੇ ਤਰੀਕੇ ਨਾਲ ਮੈਂ ਕਰਾਂ? तो गुरमुख वसे माने आए नहीं हैं, गुरमुखे इस तरीके ना। असीं थोड़ा जिहा अज गुरमुखे तरीका खोलांगे। इस जग में नाम अलग है, ये दौलतमंद नहीं खरीद सकते नाम। दुनिया के बड़े बड़े लोग नहीं, कोई चतराई वाला, कोई इस नाम नूं नहीं लै सकता। यह अलग चीज़ है और गुरमुखे तरीके नाल मिलूगी। असीं हुणे खोलांगे। इस जग में गुरमुखे वसे मन आए। जे गुरमुख कहोगे, जिस घर च राग च चीज़ लिखी है घरां च, वो च फिट नहीं बैठा, गुरमुख वसे नहीं, गुरमुखे कहोगे फिर आएगा। इस जग में नाम गुरमुखे वसे मने आए, गुरमुखे वसे मने आए। कहते जी सारा नाम किद्दां साडे भी हिरदे च वस जे, सब तो ज़्यादा भाड़ा वो वसन का तरीका दस रहे है। गुरमुखे वसे मने ਹੁਣ ਅਸੀਂ ਬਾਬੇ ਨਾਨਕ ਦੇ ਨਾਲ ਸ਼ਬਦ, ਸਾਡਾ ਪਹਿਲਾ ਔਲੀਆ, ਪਹਿਲਾ ਪੈਗੰਬਰ, ਪਹਿਲਾ ਰਾਹਬਰ ਜਿਹਨੇ ਤੋਰੀ ਸਾਰੀ ਚੀਜ਼, ਅਸੀਂ ਉਹਦਾ ਤਰੀਕਾ ਦੇਖਦੇ ਵੀ ਉਹ ਗੁਰਮੁਖੇ ਕੀ ਹੈ। ਉਹ ਗੁਰਮੁਖੇ ਤਰੀਕਾ ਹੈ ਔਗੁਣਾਂ ਨੂੰ ਛੱਡ, ਗੁਣਾਂ ਨੂੰ ਗ੍ਰਹਿਣ ਕਰ। ਭੈੜੀਆਂ ਆਦਤਾਂ ਤੂੰ ਜ਼ਰਾ ਪਰਹੇਜ਼ ਕਰ, ਚੰਗੀਆਂ ਆਦਤਾਂ ਬਣਾ। ਪਹਿਲਾਂ ਜੇ ਇਹ ਨਹੀਂ ਕਰੇਗਾ ਤੇਰਾ ਸਾਰਾ ਨਾਮ ਜਪਿਆ ਵੀ ਜਾਇਆ, ਸਭ ਕੁਛ ਕੀਤਾ ਜਾਇਆ, ਔਗੁਣਾਂ ਤੂੰ ਬਚ। इस करके पहला ये नहीं भी तू पाठ भी करी चले, बाकी सब काम करी चले, तो ब्लैक का माल भी करी चले, चोरियां भी करी चले। तदे महाराज ने अपनी बाणी च लिखिया भी ब्राह्मण हर एक नूं ही जनेऊ पवा दिंदा सी, भावें वो किस तरह के भी होण। उस वेले बाबे नानक ने लिखिया, उस वेले लोग हूबहू साडे इस वेले सी, साडे अरगे सी। वो कहते लख चोरियां, लख यारियां, लख कूड़ियां, लख गाह, लख ठगियां, पैनामियां, रात दिन सी नाल तू उन्होंने जनेऊ पाई जाना। सिर्फ आप कह के भी मैं सारा अजकल देख लो तुसीं, जिद्दां दा भी बंदा आ जाए उन्होंने अमृत छका देंदे। वो बाबा कहता लख चोरियां, लख यारियां, लख कूड़ियां, लख गालां कढदे फिर तू उन्होंने जनेऊ पा के कहंदे ने भी तुहाडा बचो जो सारा। नहीं, धोखा देना संगत नूं। बाबा नानक कहता लख चोरियां, लख यारियां, लख कूड़ियां, लख गालां, लख ठगियां, लख पैनामियां, रात दिन सी जियां नाल तू उन्होंने को बकरा ने खाया, सब को आखे सूत पा के वो सारा तू उन्होंने धर्मी बंदा बना देना। बाबा नानक नहीं मानता। वो बाबा नानक कहता अवगुण छोड़ गुणा को बाबे नानक दा च फायदा नहीं है, ये तेरा ही फायदा क्यों? कार अवगुण पछताही दिया
ਘਰ ਅਵਗੁਣ ਪਛਤਾਏ, ਘਰ ਅਵਗੁਣ ਪਛਤਾਏ ਜਿਉ, ਘਰ ਅਵਗੁਣ ਪਛਤਾਏ ਜਿਉ। ਅਵਗੁਣ ਛੋਟੇ ਗੁਨਾਹ ਤੋਂ ਤਾਂ ਚਿੱਤ ਕੀ ਲੱਗਣਾ ਤੁਹਾਡਾ? ਚਿੱਤ ਤੇ ਤਦੇ ਲੱਗੇ ਨਾ ਵੀ ਆਗੜਾਂ ਨੂੰ ਛੱਡ ਗੁਣਾਂ ਦਾ ਕੰਮ ਕਰ, ਕਿਉਂਕਿ ਰਹਾਇ ਦੀ ਤੁਕ 'ਚ ਕਹਿੰਦੇ ਤੇਰੇ ਚਿੱਤ ਕਿਉਂ ਨਹੀਂ ਲੱਗਦਾ, ਖੜਾ ਨਹੀਂ ਹੁੰਦਾ, ਕਿਉਂਕਿ ਜਿੰਨੇ ਤੂੰ ਔਗਣ ਕਰਦਾ ਉਹਨਾਂ 'ਚ ਤੇਰਾ ਮਨ ਖੜਾ ਨਹੀਂ ਹੋਣਾ। ਮਨ ਰੇ ਥਿਰ ਰਹੋ, ਮਤ ਕਤ ਜਾਂਗੀ। ਬਾਬਾ ਨਾਨਕ ਆਪਣੇ ਮਨ ਨੂੰ ਸਮਝ ਆ ਰਿਹਾ, ਮਨ ਖੜਾ ਹੋ ਜਾ। ਮਨ ਰੇ ਥਿਰ ਰਹੋ, ਵਾਹ ਮਤ ਕਤ ਜਾਂਗੀ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਬਾਹਰ ਢੂੰਡਤ ਬਹੁਤ ਦੁੱਖ ਪਾ। ਕਿੱਥੇ ਮਿਲਣਾ? ਘਰ ਅੰਮ੍ਰਿਤ ਘਟ ਮਾਹੀ ਜਿਉ, ਘਰ ਅੰਮ੍ਰਿਤ ਘਟ ਮਾਹੀ ਜਿਉ। ਬਾਣੀ ਜੀ ਜਿੱਥੇ ਘਰ ਆ ਜਿਓ, ਸਾਡੀ ਬੌਡੀ ਹੈ ਤੇਰੇ ਅੰਦਰ, ਇਹਦੇ ਅੰਦਰ ਮਿਲਣਾ। ਗੁਰੂ ਬਾਬੇ ਨਾਨਕ ਦਾ ਕਲਾਮ, ਘਰ ਅੰਮ੍ਰਿਤ ਘਟ ਮਾਹੀ ਜਿਉ, ਘਰ ਅੰਮ੍ਰਿਤ ਘਟ ਮਾਹੀ ਜਿਉ। ਮਨ ਰੇ ਥਿਰ ਰਹੋ, ਮਤ ਕਤ ਜਾਂਗੀ। ਪਹਿਲੀ ਕੰਡੀਸ਼ਨ ਲਾਉਂਦੇ ਰਹੋ ਤੋਂ ਬਾਅਦ ਪਹਿਲਾਂ ਆਹ ਕੰਮ ਛੱਡ। ਅਵਗੁਣ ਛੋਟੇ ਗੁਣਾ ਤੋਂ ਤਾਂ ਆ ਲਿਖਣ ਲੱਭਾ ਬਾਬਾ ਨਾਨਕ। ਗੁਰਮੁਖ ਸਿਸਟਮ, ਗੁਰਮੁਖ ਤਰੀਕਾ ਜਿੱਥੇ ਵੀ ਹੋਏਗਾ ਗੁਰਮੁਖ ਹੈ। ਅਵਗੁਣ ਛੋਟੇ ਗੁਣਾ ਤੋਂ ਤਾਂ ਕਿਉਂ ਘਰ ਅਵਗੁਣ ਅਸੀਂ ਆਪਣੇ ਸਾਰੇ ਅੰਦਰ ਝਾਤੀ ਮਾਰੀਏ, ਕਿਹੜਾ ਹੈ ਜਿਹੜਾ ਔਗਣ ਨਹੀਂ ਕਰਦਾ, ਉਹ ਫਿਰ ਬੰਗਰੋਂ ਪਛਤਾਉਂਦਾ ਹੈ। ਬਾਬਾ ਨਾਨਕ ਆਪਣੇ ਮਨ ਨੂੰ ਸਮਝਾ ਰਿਹਾ। ਵੱਡੀ ਵਡਿਆਈ ਇਹ ਹੈ, ਕਿਸੇ ਨੂੰ ਨਹੀਂ ਉਪਦੇਸ਼ ਕਰ ਰਿਹਾ। ਮਨ ਰੇ ਥਿਰ ਰਹੋ, ਮਤ ਕਤ ਜਾਂਗੀ ਜਿਉ, ਮਤ ਕਤ ਜਾਂਗੀ ਜਿਉ। ਆਪ ਗੁਣ ਛੋੜੇ ਗੁਣਾ ਕੋ ਤਾਂ, ਇਹ ਘਰ ਅਵਗੁਣ ਪਛਤਾਹੀ ਜਿਉ, ਘਰ ਅਵਗੁਣ ਪਛਤਾਹੀ ਜਿਉ। ਉਹ ਤੇਰੇ ਅੰਦਰ ਹੀ ਸਾਰਾ ਹੈ, ਤੇਰੇ ਅੰਦਰ ਹੀ ਤਲਾਅ ਹੈ। ਬਾਹਰ ਤਲਾਵਾਂ 'ਚ ਤੂੰ ਨਹਾਉਂਦਾ ਫਿਰਦਾ ਜਾਂ ਤੀਰਥ, ਸਾਰੇ ਤੇਰੇ ਅੰਦਰ ਤਲਾਅ ਖੁੱਲ੍ਹ ਜਾਣਾ ਸਾਰ। ਔਰ ਫਿਰ ਅਪਸਰ ਹੈ, ਸਾਰ ਅਪਸਰ ਕੀ ਸਾਰ ਨਾ ਜਾਣੇ। ਔਰ ਤੂੰ ਆਪਣੇ ਅੰਦਰ ਤੇਰਾ ਤਲਾਅ ਅੰਦਰ ਨਹੀਂ, ਤੂੰ ਵੜਦਾ ਨਾਮ ਜਪ ਜਪ ਕੇ ਅੰਦਰਲੇ ਤਲਾਅ 'ਚ ਨਹੀਂ ਨਹਾਉਂਦਾ। ਸਾਰੇ ਅਪਸਰ ਕੀ ਸਾਰ ਨਾ ਜਾਣੇ, ਬਾਹਰ ਹੀ ਚਿੱਕੜ 'ਚ ਨਹਾਈ ਜਾਂਦਾ। ਫਿਰ ਕੀ ਚ ਬੁੜਾ ਹੀ ਕਹਿੰਦੇ ਡੁੱਬਣ ਨੂੰ, ਤੂੰ ਚਿੱਕੜ 'ਚ ਮੁੜ ਮੁੜ ਡੁੱਬਦਾ। ਚਿੱਕੜ ਕਾਹਦਾ ਹੈ? ਔਗੁਣਾਂ ਦਾ। ਔਗੁਣ ਚੋ ਗੁਣਾ ਕੋ ਹੈ, ਅਵਗੁਣ ਛੋਟੇ ਗੁਣਾ ਤੇ ਘਰ ਅਵਗੁਣ ਪਛਤਾਹੀ ਜਿਉ, ਘਰ ਅਵਗੁਣ ਪਛਤਾਹੀ ਜਿਉ। ਇਹ ਸਾਰ ਅਪਸਰ ਕੀ ਸਾਰ ਨਾ ਜਾ। ਸਾਰ ਤੇ ਤਦੇ ਜਾਊਗਾ ਨਹੀਂ ਜੇ ਬਾਣੀ ਧਿਆਨ ਨਾ ਪੜੇਗਾ। ਜੇ ਸ਼ਬਦ ਇਸ ਦਾ ਪਾਠ ਹੀ ਕਰ ਲਿਆ, ਮਨ ਇੱਥੇ ਗੁਰੂ ਸਾਹਿਬ ਜੀ ਜਾਂ ਸਾਰੇ ਪੱਤਰੇ ਜੀ ਮੈਂ ਤਾਂ 16 ਕਰ ਹਟਿਆ। ਠੀਕ ਹੈ, ਪਿਆਰ ਨਾਲ ਲੱਗੀ ਹੈ, ਉਹ ਕੰਮ ਸੌਖਾ ਵੈ। ਆ ਬਾਬੇ ਦੇ ਸ਼ਬਦ ਨੂੰ ਸਮਝ ਕੇ ਆਖੇ ਲੱਗਣਾ, ਚੜਾਂਗਾਂ ਨਿਕਲ ਜਾਂਦੀਆਂ। ਜੇ ਸਿੱਖ ਬਣਨਾ
ਤੇ ਬਾਬੇ ਦੇ ਗਿਆਨ ਨੂੰ ਸਮਝੋ। ਅਵਗੁਣ ਝੂਠ ਗੁਨਾਹ ਕੋਤਾ, ਹਰ ਅਵਗੁਣ ਪਛਤਾਹੀ ਜਿਉ, ਹਰ ਅਵਗੁਣ ਪਛਤਾਹੀ ਜਿਉ। ਸਾਰ ਆਪ ਸਾਰ ਕੀ ਸਾਰ ਨਾ ਜਾਣ, ਫਿਰ ਕੀਚ ਬੁੜਾਹੀ, ਕੀਚ ਕਹਿੰਦੇ ਚਿੱਕੜ ਨੂੰ, ਫਿਰ ਕੀਚ ਬੁੜਾਹੀ ਜਿਉ, ਫਿਰ ਇਹ ਫਿਰ ਕੀਚ ਬੁੜਾਹੀ ਜਿਉ, ਆ ਗਿਆ। ਲੱਖ ਚੋਰੀਆਂ, ਲੱਖ ਚਾਰੀਆਂ, ਲੱਖ ਕੂੜੀਆਂ, ਲੱਖ ਸਾਰਿਆਂ ਨੂੰ ਤੂੰ ਅੰਮ੍ਰਿਤਧਾਰੀ ਬਣਾਈ ਜਾਂਦਾ। ਉਹ ਮਾਰੇ ਕਹਿੰਦਾ ਅੰਤਰ ਮੈਲ ਲੋਭ ਬਹੁਤ ਝੂਠੇ, ਇਹ ਅੰਤਰ ਮੈਲ ਇਹ ਲੋਭ ਬਹੁਤ, ਇਹ ਬਾਹਰੇ ਨਾਵੋ ਕਾਹੀ ਜਿਆ, ਬਾਹਰੇ ਨਾਵੋ ਬਾਹਰੇ ਨਾਵੋ ਕਾਹੀ ਜਿਆ, ਬਾਹਰੇ ਨਾਵੋ ਕੀ ਕਰਾਂ ਮੈਂ। ਆ ਗੁਰਮੁਖ ਸਿਸਟਮ 'ਚ ਹੈ। ਨਿਰਮਲ ਨਾਮ ਜਪੋ ਸਦ ਗੁਰਮੁਖੇ, ਨਿਰਮਲ ਨਾਮ ਜਪੋ ਸਦ ਗੁਰਮੁਖੇ, ਨਿਰਮਲ ਨਾਮ ਜਪੋ ਸਦ ਗੁਰਮੁਖੇ। ਅੰਤਰ ਕੀ ਗਤ ਤਾਹੀ ਜਿਆ, ਅੰਤਰ ਕੀ ਗਤ ਤਾਹੀ ਜਿਉ, ਅੰਤਰ ਕੀ ਗਤ ਤਾਹੀ ਜਿਉ, ਅੰਤਰ ਕੀ ਗਤ ਤਾਹੀ ਜਿਉ। ਓਏ ਛੱਡ ਚੀਜ਼ਾਂ ਛੋਡੋ, ਵੇਸ ਭੇਖ ਚਤੁਰਾਈ। ਦੇਖੋ ਬਾਬਾ ਨਾਨਕ ਕਿੰਨਾ ਬਾਹਰਲੇ ਵੇਸ ਨੂੰ ਕੱਟ ਰਿਹਾ ਹੈ। ਤੇ ਛੋਡੋ ਵੇਸ ਭੇਖ ਚਤੁਰਾਈ, ਡੁੱਬਦਾ ਇਹ ਫਲ ਨਾਹੀ ਜਿਹਾ, ਡੁੱਬਦਾ ਇਹ ਫਲ ਨਾਹੀ। ਤੇਰਾ ਮਨ ਨਹੀਂ ਖੜਾ ਹੋਣਾ, ਤੇਰਾ ਦੁਬਦਾ ਚ ਮਨ ਰਹਿਣਾ ਸਦਾ। ਇਸ ਕਰਕੇ ਗੁਰ ਨਿਰਮਲ ਨਾਮ ਜਪੋ ਸਦ ਗੁਰਮੁਖੇ, ਇਹ ਨਿਰਮਲ ਨਾਮ ਜਪੋ ਸਦ ਗੁਰਮੁਖੇ। ਅੰਤਰ ਕੀ ਗਤ ਤਾਹੀ ਜਿਆ, ਅੰਤਰ ਕੀ ਗਤ ਤਾਹੀ। ਸਾਰੀ ਬਾਣੀ 'ਚ ਕੋਈ ਰਾਸਤਾ ਨਹੀਂ ਹੈ ਛੁੱਟਣ ਦਾ, ਹੋਰ ਕੋਈ ਪੈਸੇਜ ਨਹੀਂ ਹੈ ਜਿਨ ਚੱਕਰ 'ਚ ਆ ਨਹੀਂ ਚੀਜ਼ ਛੱਡਦਾ ਤੂੰ। ਅਵਗੁਣ ਛੋੜੇ ਗੁਣ ਹੋਤਾ, ਉਹ ਕੀ ਹੈ। ਇਸ ਕਰਕੇ ਇਸ ਜਗ ਮੇਂ, इस जग में नाम आलाप है, गुरमुखे वसे माने आए। इस जग में नाम आलाप है, गुरमुखे वसे माने आए। थोड़ा शब्द आया, थोड़ा नानक जो गुर सेविया बना। देखो गुर ਧਿਆਨ ਰਾਰੇ ਨੂੰ ਔਂਕੜ ਹੈ। ਇਹ ਗੁਰ ਹੀ ਸਤੇ ਗੁਰ ਹੈ। ਲਿਖਾਰੀਆ ਮਹੱਲਾ ਤੀਜਾ। ਨਾਨਕ ਸਾਹਿਬ ਇੱਥੇ ਨਾਨਕ, ਹੇ ਨਾਨਕ, ਜਿਹੜਾ ਰਾਰੇ ਨੂੰ ਔਂਕੜ ਹੈ ਇਹਨੂੰ ਸੇਵਦਾ ਹੈ, ਸਾਡਾ ਜਪ 'ਚ ਹੀ ਆ ਜਾਂਦਾ। ਅਸੀਂ ਕਿਸੇ ਦੇਵਤਿਆਂ ਨੂੰ ਨਹੀਂ ਸੇਵਣਾ। ਗੁਰ ਈਸਰ, ਅਸੀਂ ਈਸਰ ਨੂੰ ਨਹੀਂ ਸੇਵਣ ਵਾਲੇ, ਅਸੀਂ ਇਸ ਗੁਰ ਦੇ ਉਪਾਸਕ ਹਾਂ। ਗੁਰ ਈਸਰ, ਅਸੀਂ ਗੁਰਖ ਨੂੰ ਨਹੀਂ ਜਾਣਾ, ਜੋਗੀ ਨਹੀਂ ਬਣਨਾ। ਗੁਰ ਈਸਰ, ਗੁਰ ਗੋਰਖ, ਅਸੀਂ ਬਰਮਾ ਦੇ ਪਿੱਛੇ ਨਹੀਂ ਜਾਣਾ। ਐਡਾ ਵੱਡਾ ਦੇਵਤਾ ਮਾਨਯੋਗ ਨੇ ਸਾਰੇ, ਪਰ ਬਰਮਾ ਗੁਰ, ਬਾਕੀ ਮਾਇਆ ਵਿਆਪਰੀ ਪਾਰਵਤੀ ਮਾਈ। ਗੁਰ ਈਸਰ, ਗੁਰ ਗੋਰਖ, ਬਰਮਾ ਗੁਰ। ਇਹ ਜਿਹੜਾ ਗੁਰ ਹੈ ਜਪਦਾ, ਇਹੋ ਹੀ ਬਾਬੇ ਨਾਨਕ ਦੇ ਅੰਦਰ ਆਇਆ ਸੀ। ਉਹ ਸੀ ਤਤ ਨਿਰੰਜਨ ਜੋਤਿ ਸਬਾਈ, ਸੋਹੰਗ ਭੇਦ ਨ ਕੋਈ ਜਿਉ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ। ਤੋ ਆ ਜਿਹੜਾ ਗੁਰ ਹੈ,
ਇਹ 10 ਗੁਰੂਆਂ 'ਚ ਜੁੱਗਾਂ ਜੁੱਗਾਂ ਤੋਂ ਇਹ ਜੋਤ ਹੈ। ਇਹ ਹੈ ਸਤੇ ਗੁਰ ਜਿਹਦੀ ਸਦਾ ਹੀ ਹੋਂਦ ਹੈ। ਤੂੰ ਇੱਥੇ ਮਾਰੇ ਲਿਖਦੇ ਨਾਨਕ ਜੋ ਗੁਰ ਸੇਵੇ ਆਪਣਾ, ਇਹ ਗੁਰ ਹੀ ਆਪਣਾ, ਬਾਕੀ ਸਭ ਚੀਜ਼ ਦੀ ਪਰਾਈ ਹੈ। ਕੋਈ ਕੁਟੁੰਬ ਨਹੀਂ, ਕੋਈ ਰਿਸ਼ਤਾ ਨਹੀਂ, ਕੋਈ ਐਸਾ ਹੈ ਗਿਆਨ ਨਹੀਂ ਮੰਨਦਾ। ਇਹ ਸਾਡੀ ਚੀਜ਼ ਆਪਣੀ ਹੈ। ਨਾਨਕ ਜੋ ਗੁਰ ਸੇਵੇ ਆਪਣਾ, ਹੋ ਤਿਨ ਬਲਿਹਾਰ ਗਿਆਨ। ਜੇ ਗੁਰੂ ਅਮਰਦਾਸ ਸਾਹਿਬ ਨੂੰ ਖੁਸ਼ ਕਰਨਾ ਤੇ ਉਹਨਾਂ ਦੀ ਬਾਣੀ ਦੇ ਮਗਰ ਲੱਗੋ। ਐਸ ਗੁਰ ਦੀ ਸੇਵਾ ਕੀ ਹੈ? ਨਾਮ ਹਮਾਰੇ ਗੁਰ ਕੀ ਸੇ, ਨਾਮ ਹਮਾਰੇ ਗੁਰ ਕੀ ਸੇ, ਨਾਮ ਹਮਾਰੇ ਗੁਰ ਕੀ ਸੇ, ਨਾਮ ਹਮਾਰੇ ਗੁਰ ਕੀ ਸੇ। ਇਸ ਗੁਰ ਦੀ ਜਿਹੜਾ ਕੋਈ ਸੇਵਾ ਕਰ ਗਿਆ, ਪੁੱਤ ਲੈ ਲੈ, ਧਨ ਲੈ ਲੈ, ਲਖਮੀ ਲੈ ਲੈ, ਔਰ ਤੈਨੂੰ ਐ ਚੁਟਕੀ 'ਚ ਮਿਲੇਗੀ। ਕਿਹਦੀ ਬਾਣੀ ਪੜ੍ਹ ਰਹੇ ਹਾਂ? ਗੁਰੂ ਰਾਮਦਾਸ ਸਾਹਿਬ ਦੀ। ਉਹ ਕਹਿੰਦਾ ਔਰ ਅਸੀਂ ਪੁੱਤ ਲੈਣ ਲਈ ਖਰੇ ਕੀ ਕੁਛ ਕਰਦੇ ਹਾਂ, ਸਭ ਕੁਛ ਹੁੰਦਾ, ਮਾਵਾਂ ਵਿਚਾਰੀਆਂ ਸਭ ਕੁਛ ਕਰਨਾ ਪੈਂਦਾ, ਲੇਕਿਨ ਮਹਾਰਾਜ ਸਾਨੂੰ ਦੇ ਰਿਹਾ ਹੈ। 4 ਨੰਬਰ ਸਫਾ ਕੱਢੋ ਜਿਹੜੀਆਂ ਹਾਈਲਾਈਟਾਂ ਲਾਈਨਾਂ ਕੀਤੀਆਂ, ਔਰ ਜਦੋਂ ਦਾ ਅਸੀਂ ਇਹ ਗਿਆਨ ਦੇ ਰਹੇ ਹਾਂ ਸਾਰੇ ਦੇਸ਼ਾਂ 'ਚ, ਦੁਨੀਆ ਦੇ ਸਭ ਪੁੱਤ ਲੈ ਰਹੇ ਨੇ, ਧਨ ਲੈ ਰਹੇ ਨੇ। ਬਾਕੀ ਭਾਈ ਸਾਹਿਬ ਜੀ, ਜਿੰਨ ਚਿਕਰ ਤੁਸੀਂ ਬਾਣੀ ਦੇ ਹਿਸਾਬ ਨਾਲ ਨਹੀਂ ਪੁੱਤ ਲੈਂਦੇ, ਦੂਸਰਾ ਪੁੱਤ ਤੁਹਾਡਾ ਸੰਜੋਗਾਂ 'ਚ ਜਿਹੜਾ ਉਹ ਆਪੇ ਮਿਲ ਜਾਣਾ। ਧੀਆਂ ਪੂਤ ਸੰਜੋਗ, ਪਰ ਮੂਰਖ ਜਾਣੇ ਆਪਣੇ। ਬਾਬਾ ਨਾਨਕ ਕਹਿੰਦਾ ਜਿਹੜੇ ਆਉਣੇ ਉਹ ਆਉਣੇ ਲੇਖਾ ਲੈਣ, ਉਹ ਨਹੀਂ ਜੇ ਤੂੰ ਪੁੱਤ ਲੈਣਾ ਚਲੋ ਨਹੀਂ ਹੈ, ਬੜਾ ਇਹ ਫਲ ਹੈ, ਹਰ ਕੋਈ ਚਾਹੁੰਦਾ ਹੈ। ਪਰ ਮਹਾਰਾਜ ਕਹਿੰਦਾ ਸੇਵਾ ਸਮਝ, ਕਿਸੇ ਗੁਰਦੁਆਰਿਆਂ ਦੀ ਸੇਵਾ ਨਾਲ ਨਹੀਂ ਮਿਲਣਾ, ਕਿਸੇ ਚੀਜ਼ ਨਾਲ ਨਹੀਂ ਮਿਲਣਾ। ਤੋਂ ਅਸੀਂ ਸ਼ੁਰੂ ਕਰਨ ਲੱਗੇ ਹਾਂ ਜਿਹੜੀ ਹਾਈਲਾਈਟ ਲਾਈਨ ਕੀਤੀ ਹੈ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਹੈ, ਪੰਨਾ ਹੈ 307 307। ਕੋਈ ਪੁੱਤ ਸਿੱਖ ਸੇਵਾ ਕਰੇ ਸਤੇ ਗੁਰੂ ਕੀ, ਕੋਈ ਪੁੱਤ ਸਿੱਖ ਸੇਵਾ ਕਰੇ ਸਤੇ ਗੁਰੂ ਕੀ। ਹੁਣ ਸਤਿਗੁਰ ਦੀ ਸੇਵਾ, ਸਤਿਗੁਰ ਦੀ ਸੇਵਾ ਸਮਝ ਗਿਆ ਹੈ ਵੀ ਜਿਹੜਾ ਉਸ ਪਾਵਰ ਨੂੰ ਮੰਨ ਕੇ ਤੇ ਪਰਮੇਸ਼ਰ ਦਾ ਨਾਮ ਜਪੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤੇ ਗੁਰੂ ਕੀ, ਕੋਈ ਪੁੱਤ ਸਿੱਖ ਸੇਵਾ ਕਰੇ ਸਤੇ ਗੁਰੂ ਕੀ। ਪੁੱਤ ਸਿੱਖ 'ਚ ਬੀਬੀਆਂ ਵੀ ਆ ਗਈਆਂ, ਮਰਦ ਵੀ ਆ ਗਏ, ਕਿਉਂਕਿ ਕਾਮਨ ਜੈਂਡਰ ਹੈ। ਸਿੱਖ ਜਿਹੜਾ ਹੈ, ਸਿੱਖਣੀ ਲਫ਼ਜ਼ ਹੀ ਹੈ ਨਹੀਂ ਸਾਰੀ ਬਾਣੀ 'ਚ। ਭਗਤਨੀ ਲਫ਼ਜ਼ ਹੀ ਨਹੀਂ ਹੈ, ਜਨੀ ਲਫ਼ਜ਼ ਨਹੀਂ ਹੈ। ਜਾਨੀ ਹੋਏਗਾ, ਭਗਤੀ ਹੋਏਗਾ। ਉਹ ਬੀਬੀਆਂ ਵੀ ਐਸਾ ਸਾਂਝਾ ਗਿਆਨ, ਐਡੀ ਉੱਚੀ ਬਾਣੀ ਹੈ। ਸਿੱਖ ਸਿੱਖਣੀ ਲਫ਼ਜ਼ ਹੈ ਨਹੀਂ ਉਹਦੇ ਅਗੇਂਸਟ। ਲੜਕੀ ਵੀ ਸਿੱਖ ਹੈ, ਪੁੱਤ ਹੈ, ਜਿਹੜਾ ਲੜਕਾ ਹੈ ਉਹ ਵੀ ਸਿੱਖ ਪੁੱਤ ਹੈ। ਇਸ ਕਰਕੇ ਕੋਈ ਕਿਸੇ ਹੋਰ ਸੇਵਾ ਨਾਲ ਨਹੀਂ ਮਿਲਣੀ ਚੀਜ਼। ਸਤਿਗੁਰ ਦੀ ਸੇਵਾ ਡਿਫਾਈਨ ਕਰ ਰਹੇ ਹਾਂ। ਦੂਸਰੀ ਸੇਵਾ ਚੰਗੀ ਹੈ, ਉਹਦਾ ਫਲ ਚੰਗਾ ਮਿਲੇਗਾ। ਪਰ ਆਹ ਜਿਹੜੇ ਫਲ ਮਿਲੇ ਹੈ, ਔਰ ਲੈ ਵੀ ਤੀ ਚੁਟਕੀ ਜਿਹੜਾ ਦੇਖੋ ਮਹਾਰਾਜ ਦਾ ਅਜੀਬ ਬਾਣੀ ਜਿਹੜੀ ਕਦੀ ਕਿਸੇ ਨਾਲ ਸੁਣੀ ਹੋਊਗੀ, ਖੰਡ ਪਾਠੀਆਂ ਨੇ ਉੱਤੋਂ ਦੀ ਨਿਗਾਹ ਤੇ ਗਏ ਉਹਨੇ ਪੜ੍ਹ ਕੇ। ਪਰ ਦੇਖੋ ਕਿੰਨੇ ਫਾਇਦੇ ਦੇ ਰਹੇ। ਕੋਈ ਪੁੱਤ ਸੇਵਾ ਤਿਸ ਕਾਰਜ ਸਭੇ ਸਵਾਰੀ। ਲਓ ਪਹਿਲਾ ਮਾਰ ਕੇ ਮਾਰਿਆ, ਪਹਿਲੇ ਸਾਈਂ ਸਾਰੇ ਘਰ ਸਵਾਰੇ ਗਏ। ਕੋਈ ਪੁੱਤ ਸੇਵਾ ਤਿਸ ਕਾਰਜ ਸਭੇ ਸਵਾਰੀ। ਜੋ ਇੱਛੇ ਸੋ ਫਲ ਪਾਏ ਸੀ, ਜੋ ਇੱਛੇ ਸੋ ਫਲ ਪਾਏ ਸੀ। ਦੇਖੋ ਧਿਆਨ ਨਾਲ, ਤੁਹਾਡੇ ਸਾਹਮਣੇ ਸ਼ਬਦ ਹੈ। ਪੁੱਤ ਧਨ ਲਖਮੀ ਲੈ, ਪੁੱਤ ਵੀ ਲੈ, ਦੌਲਤ ਵੀ ਲੈ, ਧਨ ਵੀ ਲੈ। ਪੁੱਤ ਧਨ ਲਖਮੀ, ਪੁੱਤ ਧਨ ਲਖਮੀ।
खड़े मेले हर निस्ता धन लक्ष्मी खड़े मेले हर निस्ता। खड़े मेले की होया खड़े मेले है कोई बंदा दफ्तर च आउंदा ਉਹ ਪੰਸਾਰੀਆਂ ਵਾਲੇ ਬਾਜ਼ਾਰ 'ਚ ਲੰਘਦਾ ਉਹਨੀਆਂ ਬੋਰੀਆਂ ਖੋਲ੍ਹੀਆਂ ਹੁੰਦੀਆਂ ਦਵਾ ਦਵ ਦੇ ਰਿਹਾ ਦਾਲਾਂ ਦੂਲਾਂ ਸੌਦਾ ਇੱਕ ਬੰਦਾ ਸਾਈਕਲ ਤੋਂ ਪਿੱਛੇ ਆਉਂਦਾ ਉਹ ਇੱਕ ਲੱਤ ਇੱਕ ਬੰਨੇ ਸਾਈਕਲ ਦੇ ਕਰਕੇ ਖੜਾ ਹੋ ਕੇ ਕਹਿੰਦਾ ਉਹ ਯਾਰ ਮੈਨੂੰ ਛੇਤੀ ਨਾਲ ਪੂੜੀ ਬੰਨ੍ਹ ਦੇ ਦਾਲ ਮੁੱਕੀ ਹੈ ਘਰ 'ਚ ਜਾ ਕੇ ਮੈਂ ਬਣਾਉਣੀ ਮੇਰੇ ਕੋਲ ਟਾਈਮ ਹੈ ਨਹੀਂ ਦਾਲ ਮੁੱਕੀ ਹੈ ਮੈਨੂੰ ਦਾਲ ਦੇ ਦੇ ਮੈਨੂੰ ਖੜੇ ਖੜੇ ਨੂੰ ਤੋੜ ਦੇ ਹੈ ਇੱਦਾਂ ਗੁਰੂ ਪਾਤਸ਼ਾਹ ਖੜੇ ਖੜੇ ਨੂੰ ਤੋੜ ਦੇ ਮੈਨੂੰ। ਉਹ ਕਹਿੰਦੇ ਲਓ ਜੀ ਹੁਣੇ ਲਓ ਪੂੜੀ ਬੰਨ ਕੋਈ ਦੇ ਹੱਥ 'ਚੋਂ ਚੱਕ ਤਾ ਤੋ ਇੱਦਾਂ ਹੈ ਖੜੇ ਖੜੇ ਮੇਲੇ ਦਾ ਮਤਲਬ ਹੈ ਫੱਟ ਦੇ ਦਿੰਦਾ। ਖੜੇ ਮੇਲੇ ਫਿਰ ਹਾਰ ਦਾ ਨਾਲ ਵੀ ਤੈਨੂੰ ਮੇਲ ਦੇਊਗਾ ਨਸਤਾਰਾ ਤੇਰਾ ਹੋ ਜੂ ਕੋਈ ਪੁੱਤ ਸੇਵਾ ਕਰੇ ਸਕਤੇ ਇਤਿਸ ਕਾਰਜ ਸਭੇ ਸਵਾ ਇਹ ਜੋ ਇੱਛੇ ਇਹ ਸੋ ਫਲ ਪਾਏ ਇਹ ਜੋ ਇੱਛੇ ਸੋ ਫਲ ਪਾਏ ਇਹ ਪੁੱਤ ਧਨ ਲਖਮੀ। ਇਹ ਤਾਂ ਤੈਨੂੰ ਖਾਸ ਦੇਗਾ ਨਾ ਬਾਕੀ ਤਾਂ ਫਾਇਦੇ ਲਿਖੇ ਹੀ ਨਹੀਂ ਇੰਨੇ ਵੀ ਜੋ ਇੱਛੇਗਾ ਮੈਨੂੰ ਮਿਲੇਗੀ ਪਰ ਆਹ ਤੈਨੂੰ ਜ਼ਰੂਰ ਦਊਗਾ ਪੁੱਤ ਧਨ ਵਾਹ ਵਾਹ ਪੁੱਤ ਧਨ ਖੜੇ ਮੇਲੇ ਹਰ ਨਿਸਤਾ ਹੈ ਪੁੱਤ ਧਨ ਲਖਮੀ ਖੜੇ ਮੇਲੇ ਹਰ ਨਿਸਤਾ ਇਹ ਸਭੇ ਨਿਦਾਨ ਸਤੇ ਗੁਰੂ ਵਿੱਚ ਇਹ ਸਭੇ ਨਿਦਾਨ ਸਤੇ ਗੁਰੂ ਵਿੱਚ ਇਹ ਸਤਿਗੁਰੂ ਦੇ ਨਹੀਂ ਹੈ ਨਾ ਇਹ ਕੰਡੋਇੰਸ ਇਹ ਸਤਿਗੁਰੂ ਉਹ ਪਾਵਰ ਹੈ ਜਿਹੜੀ ਸਾਰੇ ਮਜ਼ਹਬਾਂ ਦੀ ਸਾਂਝੀ ਹੈ। ਸਤਿਗੁਰੂ ਉਹ ਪਾਵਰ ਹੈ ਜਿਹੜੀ ਰੱਬ ਦੇ ਔਰ ਅਭਿਆਸੀ ਦੇ ਦਰਮਿਆਨ 'ਚ ਜੋੜਨ ਹਾਰਾ ਲਿੰਕ ਹੈ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਆਪਣੇ ਨਾਲ ਨਹੀਂ ਉਹ ਮਿਲਦਾ ਉਹਨੂੰ ਪ੍ਰਭੂ ਨਾਲ ਮਿਲਾ ਦਿੰਦਾ ਉਹ ਜੋੜਨ ਹਾਰਾ ਸਰੂਪ ਹੈ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਔਰ ਫਿਰ ਦਰਗਾਹ ਤੱਕ ਜਾਂਦਾ ਹੈ ਨਾਲ। ਆ ਬਾਹਰਲਾ ਇਨਸਾਨ ਸਤਿਗੁਰੂ ਆਪ ਉੱਥੇ ਦਰਗਾਹ 'ਚ ਖੜਾ ਹੁੰਦਾ ਹਾਜ਼ਰ। ਉਹ ਸਿੱਖ ਪੁੱਛਦੇ ਬਾ ਸਤਿਗੁਰੂ ਸਾਹਿਬ ਤੁਸੀਂ ਵੀ ਸਾਡੀ ਲਾਈਨ 'ਚ ਖੜੇ ਉਹ ਸਤਿਗੁਰੂ ਪਾਵਰ ਹੈ ਉਹ ਐਸਾ ਸਰੂਪ ਹੈ ਜਿਹੜਾ ਜੁਗਾਂ ਜੁਗਾਂ ਤੋਂ ਹੈ ਸਾਰੇ ਮਜ਼ਹਬਾਂ ਦਾ ਸਾਂਝਾ ਹੈ। ਕੁਰਾਨ ਸ਼ਰੀਫ 'ਚ ਇਹਨੂੰ ਰੱਬੇ ਔਲੀਅਨ ਕਿਹਾ ਹੈ ਪਹਿਲਾ ਰੱਬ ਜਿਹੜਾ ਹੁੰਦਾ ਹੈ ਔਰ ਬਾਈਬਲ 'ਚ ਇਹਨੂੰ ਹੋਲੀ ਗੋਸਟ ਕਿਹਾ ਹੈ ਵੀ ਜੋ ਮਰਜ਼ੀ ਕੰਮ ਕਰਾ ਲਓ ਦੇਖੋ ਔਰ ਸਾਡੇ 'ਚ ਸਤਿਗੁਰੂ ਕਿਹਾ ਹੈ। ਇਸ ਕਰਕੇ ਸਤਿਗੁਰੂ ਜਿਹੜਾ ਹੈ ਉਹ ਦਰਗਾਹ ਤੱਕ ਜਾਂਦਾ ਹੈ। ਬਾਬਾ ਨਾਨਕ ਕਹਿੰਦਾ ਸੱਜਣ ਸੇਈ ਨਾਲੇ ਮੈਂ ਸੱਜਣ ਸਤਿਗੁਰੂ ਹੈ ਤੇਰਾ ਕੀਤਾ ਜਾਤੋ ਨਾਈ ਮੈਨੂੰ ਜੋ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣਾਈ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਉਹ ਜਿਹੜਾ ਸਤਿਗੁਰ ਸੱਜਣ ਹੈ ਉਹ ਦਰਗਾਹ ਤੱਕ ਜਾਂਦਾ ਹੈ। ਸੱਜਣ ਸੇਈ ਨਾਲੇ ਇਹਨਾਂ ਨਾਲ ਸੱਜਣ ਠੱਗ ਦੀ ਕਹਾਣੀ ਬਣਾ ਲਈ ਕਹਾਣੀਆਂ ਲਈ ਜਾਣਾ। ਸੱਜਣ ਸੇਈ ਨਾਲੇ ਮੈਂ ਜੋ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਤਾਂ ਉਹ ਜਿਹੜਾ ਸਤਿਗੁਰੂ ਹੈ ਸਭੇ ਨਿਧਾਨ ਸਤੇ ਗੁਰੂ ਵਿੱਚ ਵਾਹ ਸਭੇ ਨਿਧਾਨ ਸਤੇ ਗੁਰੂ ਵਿੱਚ ਕਿਉਂ ਉਹਦੇ ਅੰਦਰ ਨਾਮ ਹੀ ਨਾਮ ਧਾਰਿਆ ਉਹਨੇ ਜਿਸ ਅੰਦਰੇ ਹਾਰ ਉਹਦੇ ਅੰਦਰ ਰੱਬ ਹੈ ਜਿਸ ਅੰਦਰੇ ਹਾਰ ਸਤਿਗੁਰੂ ਸੋ ਪਾਏ ਪੂਰਾ ਸਤਿਗੁਰੂ। ਬਾਕੀ ਇਨਸਾਨ ਸਤਿਗੁਰੂ ਕਦੀ ਪੂਰਾ ਨਹੀਂ ਸਾਡੀ ਬਾਣੀ 'ਚ ਆਉਂਦਾ ਤੁਮ ਪੂਰੇ ਹਮ ਊਰੇ ਇਨਸਾਨ ਜਿਹੜਾ ਮਾਂ ਦੇ ਪੇਟ 'ਚੋਂ ਜਨਮ ਲੈਂਦਾ ਉਹ ਅਧੂਰਾ ਹੈ ਭਾਵੇਂ ਕੋਈ ਗੁਰੂ ਕੋਈ ਹੋਵੇ। ਇਸ ਕਰਕੇ ਪੂਰਾ ਸਤਿਗੁਰੂ ਹੈ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖ
ਇਹ ਲੋਆ ਆਏਗੀ ਵੀ ਸਤਿਗੁਰੂ ਹੈ, ਬਾਕੀਆਂ ਨੂੰ ਝੂਠੇ ਹੀ ਸਤਿਗੁਰੂ ਮਿਲਣਗੇ। ਸਭੇ ਨਿਦਾਨ ਸਤਿਗੁਰੂ ਵਿੱਚ, ਜਿਸ ਅੰਦਰੇ ਹਰ ਉਰਤਾਰੇ, ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਹੁਣ ਉਹਨਾਂ ਨੇ ਜਿਹਨਾਂ ਇਹੋ ਜਿਹਾ ਸਤਿਗੁਰੂ ਸਮਝ ਕੇ ਆਪਣੇ ਅੰਦਰ ਖੜਾ ਕਰਨਾ ਸ਼ੁਰੂ ਕਰ ਦਿੱਤਾ। ਗੁਰਸਿੱਖਾਂ ਤੋਂ ਜਾਣਦੇ ਨੰਨੇ ਨੂੰ ਔਂਕੜ, ਨਾਨਕ ਦੇ ਕੱਕੇ ਨੂੰ ਔਂਕੜ। ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆਚੇ ਉੱਤੇ ਦੇਖੋ ਮਹੱਲਾ ਕਿਹੜਾ, ਮਹੱਲਾ ਚੌਥਾ। ਆਪ ਗਰੀਬੀ ਜਾਣ ਕੇ ਲਿਖਦਾ ਵੀ ਜਿਹੜਾ ਮੈਂ ਹੈ, ਮੈਂ ਉਹਨਾਂ ਗੁਰਸਿੱਖਾਂ ਦੀ ਧੂੜ ਮੰਗਦਾ ਹਾਂ। ਜਨ ਨਾਨਕ ਮੰਗੇ ਧੂੜ ਤੈਨ, ਜੋ ਗੁਰਸਿੱਖ ਮੇਤ ਪਿਆਰੇ, ਜੋ ਗੁਰਸਿੱਖ ਮੇਤ ਪਿਆਰੇ, ਜੋ ਗੁਰਸਿੱਖ ਮੇਤ ਪਿਆਰੇ। ਜਨ ਨਾਨਕ ਮੰਗੇ ਧੂੜ ਤੈਨ, ਜੋ ਗੁਰਸਿੱਖ ਮੇਤ ਪਿਆਰੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ, ਤਿਸ ਕਾਰਜ ਸਭ ਵਾਹਿ ਸਵਾਰੇ। ਇਹ ਜੋ ਇੱਛੇ ਇਹ ਸੋ ਫਲ ਪਾਏ, ਇਹ ਜੋ ਇੱਛੇ ਇਹ ਸੋ ਫਲ ਪਾਏ। ਇਹ ਪੁੱਤ ਧਨ, ਪੁੱਤ ਪੁੱਤ ਧਨ, ਪੁੱਤ ਪੁੱਤ ਧਨ, ਖੜੇ ਮੇਲੇ ਹਰ ਨਿਸਤਾਰ। ਆਹ ਤੁਕਾਂ ਲਾਓ ਘਰਾਂ 'ਚ, ਝੂਠੀਆਂ ਫੋਟੋਆਂ ਨਾ ਲਾਓ ਗੁਰੂਆਂ ਦੀਆਂ। ਗੁਰੂ ਇੱਦਾਂ ਦੇ ਨਹੀਂ ਸੀ। ਮੂਰਤੀ ਪੂਜਾ ਬੰਦ ਕਰੋ ਘਰਾਂ 'ਚ। ਆ ਬਾਣੀ ਦੀਆਂ ਤੁਕਾਂ ਲਾਓ ਪ੍ਰਿੰਟ ਕਰ ਕਰਕੇ। ਇਸ ਕਰਕੇ ਜਿਹੜੀਆਂ ਸਾਰਾ ਝੂਠ ਦਾ ਸਿੱਖੀ ਜਾਓ। ਕੁਛ ਮੁਸਲਮਾਨਾਂ 'ਚ ਕੋਈ ਹਜ਼ਰਤ ਸਾਹਿਬ ਦੀ ਫੋਟੋ ਬਣਾ ਕੇ ਦੱਸਦੇ, ਪੱਥਰ ਮਾਰ 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 ਦਿੰਦੇ ਆ। ਇਹ ਸਾਡੀ ਕੌਮ ਹੀ ਹੈ ਜਿਹੜੀ ਕਿ ਜਿਹੜਾ ਕੋਈ ਆਇਆ ਉੱਦਾਂ ਦਾ ਗੁਰੂ ਬਣਾ ਦਿੱਤਾ। ਗੁਰੂ ਗਿਆਨ ਰੂਪ ਸੀ, ਆ ਸ਼ਬਦ ਹੀ ਗੁਰੂ ਨੇ ਸਾਰੇ। ਇਸ ਕਰਕੇ ਉਹਨਾਂ ਦਾ ਕਰੈਕਟਰ ਕਿੱਦਾਂ ਦੇ ਸੀ ਗੁਰੂ, ਜਿੱਦਾਂ ਦਾ ਸਾਨੂੰ ਸ਼ਬਦ ਦੇ ਰਹੇ ਆ। ਇਸ ਕਰਕੇ ਉਹ ਜਿਹੜਾ ਸ਼ਬਦ ਹੈ ਉਹ ਕਹਿੰਦੇ, ਮਹਾਰਾਜ ਕਹਿੰਦੇ ਇਹੋ ਜਿਹੀਆਂ ਤੁਕਾਂ ਲਾਓ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ, ਤਿਸ ਕਾਰਜ ਸਭੇ ਸਵਾਰੇ। ਆਹ ਜੋ ਇੱਛੇ ਇਹ ਸੋ ਫਲ ਪਾਏ, ਇਹ ਜੋ ਇੱਛੇ ਇਹ ਸੋ ਫਲ ਪਾਏ। ਪੁੱਤ ਧਨ, ਪੁੱਤ ਪੁੱਤ ਧਨ, ਖੜੇ ਮੇਲੇ ਹਰ ਨਿਸਤਾਰੇ। ਪੁੱਤ ਧਨ ਲਖਮੀ, ਖੜੇ ਮੇਲੇ ਹਰ ਨਿਸਤਾਰੇ। ਚਲੋ ਭਾਈ, ਤੁਸੀਂ ਇਹ ਗਿਆਨ ਤੇ ਬਹੁਤ ਕੀਮਤੀ ਹੈ, ਸਾਰਾ ਸਮਝ ਕਰੋ ਤੁਹਾਨੂੰ। ਲੇਕਿਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਵਿਸ਼ਵਾਸ ਹੋਣਾ ਚਾਹੀਦਾ। ਦੇਖਿਆ ਉਹਨਾਂ ਦਾ ਸਹੀ ਆ, ਪ੍ਰਾਨ ਕੇ ਬਚਈਆ, ਦੂਤ ਦੂਤ ਕੇ ਦਵਈਆ। ਪ੍ਰਾਨ ਕੇ ਬਚਈਆ, ਦੂਤ ਦੂਤ ਕੇ ਦਵਈਆ। ਕੌਣ? ਅਕਾਲ ਪੁਰਖ। ਪ੍ਰਾਨ ਕੇ ਬਚਈਆ, ਦੂਤ ਦੂਤ ਕੇ ਦਵਈਆ। ਪ੍ਰਾਨ ਕੇ ਬਚਈਆ, ਦੂਤ ਦੂਤ ਕੇ। ਆਹ ਆ ਲਓ ਹੋਰ ਮਾਰਗ। ਰੋਗ ਸੋਗ ਕੇ ਮਟਈਆ, ਰੋਗ ਸੋਗ ਕੇ ਮਟਈਆ। ਇਹ ਤੋਂ ਮਾਨੀ ਮਹਾਮਾਨ ਹੋ, ਰੋਗ ਕੇ ਮਟਈਆ। ਕੇ ਤੋਂ ਮਾਨੀ ਮਹਾਮਾਨ। ਇਹ ਪ੍ਰਾਨ ਕੇ ਦੂਤ ਦੂਤ ਕੇ ਦਵਈਆ। ਅਕਾਲ ਪੁਰਖ ਪ੍ਰਾਨ ਕੇ ਬਚਈਆ, ਦੂਤ ਦੂਤ ਕੇ। ਕਿਸੇ ਕੋਈ ਇਨਸਾਨ, ਕੋਈ ਸੰਤ ਕੋਈ ਦੇ ਨਹੀਂ ਸਕਦਾ। ਅਕਾਲ ਉਸਤਤ ਪੜ੍ਹਿਆ ਕਰੋ। ਅਕਾਲ ਉਸਤਤ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਕੋਲੋਂ ਸਾਰੀ ਚੀਜ਼ ਲੈਂਦੇ ਹੈ।
प्राण के विजया भूत रोग शोक की मटैया वेद मानी महामा कोई पुत सिख सेवा इस कारज सबे सवारे पुत जो आई जो इच्छे सो फल पाए जो सफल पाए पुत तन लक्ष्मी पुत पुत तन खड़े मेले हर निस्तारे पुत तन लक्ष्मी खड़े मेले हर निस्तारे हे सतगुर की सेवा सफल है देखो करे लाए 5 नंबर सफा कर लो। ये शब्द असी बाबे नानक के दर्शन ਉਹਦੇ शब्द ਰਾਹੀਂ कर रहे हैं। ऐसा शब्द डूंगा है ਜਿਹੜੀ अगली शब्द चौंकी 'ਚ ਅਸੀਂ ਨਿਖੇਰਾਂਗੇ और ਅਸੀਂ सिर्फ एक तो अखीरले जिथे हाईलाइट किया है सेवा ਨੂੰ ਨਿਖੇਰ ਰਹੇ हैं। बाबा नानक ਕਿਹੜੀ सेवा कह रहा है विच दुनिया सेव कमाइए तां दरगे बैसन पाइए विच दुनिया सेव भर के बैसन पाइए विच दुनिया सेव कमाइए जिहड़ी सेवा सी बाबा नानक कहंदा मैं दिन रात कर रहा एक आखे शब्द पाठ आ बाबा नानक अपनी कर्म नाल लिखिया मैं आ कर रहा इक्के नूं आखदा किसी दा होर ध्यान नहीं मैं धरदा अकाल पुरख दा इक्के आखे शब्द पाठ अरद उरद दिन राते इक्के आखे शब्द पाठ अरद उरद दिन सिखो शब्द प्यारे हो जन्म मरण की टेक मुख उजल सदा सुखी सदा सुखी सदा सुखी नानक सिमरत एक वाहिगुरु जी का खालसा वाहिगुरु जी की फतेह।